पंजाब भारत पूरे विश्व की शांति ते खुशहाली लई मिल के इबादत ते प्रार्थना करिए। आदरयोग परमेश्वर के दास ते सारी आदरयोग संगत नूं जय मसीह दी। परमेश्वर आप सारिਆਂ ਨੂੰ बरकत देवे और वड्डी किरपा करे। ये समा तुसां सारिਆਂ ਦੇ ਲਈ ਵੱਡੀ ਕਿਰਪਾ ਦੇ ਨਾਲ ਭਰਪੂਰ ਹੋਵੇ, ਜੋ ਮਹਾਨ ਪਰਮੇਸ਼ਰ ਨੇ ਗੁਜ਼ਰੇ ਸਾਰੇ ਸਮੇਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਸੰਭਾਲਿਆ। ਪਰਮੇਸ਼ਰ ਦਾ ਪਵਿੱਤਰ ਵਚਨ ਜਿਉਣ ਦਾ ਭੇਤ ਸਾਨੂੰ ਦਿੰਦਾ ਆ। ਇਸ ਲਈ ਵਚਨ ਦੇ ਵਿੱਚ ਲਿਖਿਆ ਯਬੂਰ 25 ਉਹਦੀ 14 ਐਤ ਪੜ੍ਹੀ। ਯਹੋਵਾ ਦਾ ਭੇਤ ਉਸ ਦੇ ਭੈ ਮੰਨਣ ਵਾਲਿਆਂ ਦੇ ਲਈ ਹੈ। ਫਿਰ ਪੜ੍ਹੀਏ, ਧਿਆਨ ਨਾਲ ਸੁਣੀਏ। ਹਾਂਜੀ, ਯਹੋਵਾ ਦਾ ਭੇਤ ਉਸ ਦੇ ਭੈ ਮੰਨਣ ਵਾਲਿਆਂ ਦੇ ਲਈ ਹੈ। ਪਰਮੇਸ਼ਰ ਦਾ ਭੇਤ ਜਿਹੜਾ ਯਹੋਵਾ ਇਬਰਾਨੀ ਭਾਸ਼ਾ ਦਾ ਸ਼ਬਦ ਹੈ, ਜਿਹਦਾ ਮਤਲਬ ਪਰਮੇਸ਼ਰ, ਰਚਨਹਾਰਾ, ਦੁਨੀਆ ਬਣਾਉਣ ਵਾਲਾ, ਸ੍ਰਿਸ਼ਟੀ ਕਰਤਾ, ਖਲਕਤ ਦਾ ਮਾਲਕ। ਯਹੋਵਾ ਦਾ ਭੇਤ ਜਿਹੜਾ ਆ ਉਹਦੇ ਭੈ ਮੰਨਣ ਵਾਲਿਆਂ ਦੇ ਲਈ ਹੈ। ਜਿਹੜੇ ਉਹਦਾ ਡਰ ਮੰਨਦੇ ਆ ਉਹ ਪਰਮੇਸ਼ਰ ਦੇ ਭੇਤ ਨੂੰ ਪ੍ਰਾਪਤ ਕਰਦੇ ਆ। ਉਹਦੇ ਕੰਮ ਕਰਨ ਦੇ ਤਰੀਕੇ ਨੂੰ ਉਹ ਸਮਝ ਲੈਂਦੇ ਆ ਤੇ ਉਹਨਾਂ ਦੇ ਉੱਤੇ ਪਰਮੇਸ਼ਰ ਆਪਣੇ ਭੇਤਾਂ ਨੂੰ ਪ੍ਰਗਟ ਕਰਦਾ ਹੈ। ਅੰਜੀਲਾਂ 'ਚ ਅਸੀਂ ਇਸ ਗੱਲ ਨੂੰ ਸੁਣਦੇ ਹਾਂ ਕਿ ਪ੍ਰਭੂ ਨੇ ਬਹੁਤ ਸਾਰੀਆਂ ਗੱਲਾਂ ਚੇਲਿਆਂ ਨੂੰ ਪਰਸਨਲ ਵੀ ਸਮਝਾਈਆਂ, ਦ੍ਰਿਸ਼ਟਾਂਤਾਂ ਦੇ ਵਿੱਚ ਸਮਝਾਈਆਂ, ਤਾਂ ਕਿ ਉਹ ਇਹ ਭੇਤ ਨੂੰ ਸਮਝ ਲੈਣ। ਯਹੋਵਾ ਦਾ ਭੇਤ ਜਿਹੜਾ ਆ ਉਹਦੇ ਭੈ ਮੰਨਣ ਵਾਲਿਆਂ ਦੇ ਲਈ ਹੈ। ਹੁਣ ਜਿਹੜਾ ਉਹਦਾ ਡਰ ਮੰਨਦਾ ਆ ਉਹ ਪਰਮੇਸ਼ਰ ਦੇ ਭੇਤ ਨੂੰ ਸਮਝ ਸਕਦਾ ਹੈ, ਤੇ ਜਿਹਦੇ ਅੰਦਰ ਪਰਮੇਸ਼ਰ ਦਾ ਡਰ ਹੈ ਨਹੀਂਗਾ, ਉਹਨਾਂ ਭੇਤਾਂ ਨੂੰ ਉਹ ਸਮਝ ਨਹੀਂ ਸਕਦਾ ਤੇ ਨਾ ਉਹਦੀ ਉਹ ਕਿਰਪਾ ਨੂੰ ਪਾ ਸਕਦਾ ਹੈ। ਇਸ ਲਈ ਕਈ ਵਾਰੀ ਕੋਈ ਦੁੱਖ ਆ ਜਾਂਦਾ, ਕੋਈ ਘਾਟਾ ਨਜ਼ਰ ਆਉਂਦਾ ਆ, ਕੋਈ ਸਮੱਸਿਆ ਨਜ਼ਰ ਆਉਂਦੀ ਹੈ ਤੇ ਅਸੀਂ ਘਬਰਾ ਜਾਂਦੇ ਹਾਂ, ਅਸੀਂ ਡਰ ਜਾਂਦੇ ਹਾਂ ਤੇ ਅਸੀਂ ਡਾਵਾਂਡੋਲ ਸਥਿਤੀ 'ਚ ਚਲੇ ਜਾਂਦੇ ਹਾਂ। ਜਦ ਕਿ ਖੁਦਾ ਦਾ ਕਲਾਮ ਬਹੁਤ ਕਲੀਅਰ ਕਰਕੇ ਇਸ ਗੱਲ ਨੂੰ ਪੇਸ਼ ਕਰਦਾ, ਜਿਹੜੇ ਉਹਦੇ ਭੈ 'ਚ ਰਹਿੰਦੇ ਨੇ, ਡਰ ਵਿੱਚ ਰਹਿੰਦੇ ਨੇ, ਜਿਹੜੇ ਉਹਦੇ ਤੇ ਪੂਰਨ ਭਰੋਸਾ ਰੱਖ ਕੇ ਚੱਲਦੇ ਨੇ, ਪਰਮੇਸ਼ਰ ਹਰ ਪੱਖ ਤੋਂ ਉਹਨਾਂ ਨੂੰ ਆਪਣੀ ਕਿਰਪਾ ਬਖਸ਼ਦਾ ਆ, ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਹੋਵੇ। ਉਹਨਾਂ ਦੇ ਲਈ ਘਾਟਾ ਵੀ ਬਰਕਤ ਬਣ ਜਾਂਦਾ, ਉਹਨਾਂ ਲਈ ਦੁੱਖ ਵੀ ਸੁੱਖ ਬਣ ਜਾਂਦਾ, ਉਹਨਾਂ ਲਈ ਤਰ੍ਹਾਂ ਤਰ੍ਹਾਂ ਦੀਆਂ ਸਥਿਤੀਆਂ ਵੀ ਉਹਨਾਂ ਦੀ ਜ਼ਿੰਦਗੀ 'ਚ ਵੱਡੀਆਂ ਤੇ ਜ਼ਬਰਦਸਤ ਗਵਾਹੀਆਂ ਬਣ ਜਾਂਦੀਆਂ। ਇਸ ਲਈ ਖੁਦਾ ਦਾ ਪਵਿੱਤਰ ਵਚਨ ਜਿੱਥੇ ਦਾਊਦ ਇਸ ਗੱਲ ਨੂੰ ਪ੍ਰਗਟ ਕਰਦਾ ਆ ਕਿ ਯਹੋਵਾ ਦਾ ਜਿਹੜਾ ਭੇਤ ਹੈ ਉਹਦੇ ਡਰ ਮੰਨਣ ਵਾਲਿਆਂ ਦੇ ਲਈ ਹੈ, ਉੱਥੇ ਰੋਮੀਆਂ ਦੀ ਪੱਤਰੀ 'ਚ ਪਰਾਈਆਂ ਕੌਮਾਂ ਲਈ ਠਹਿਰਾਇਆ ਗਿਆ ਨਬੀ ਸੰਤ ਪੌਲਸ ਇਸ ਤਰੀਕੇ ਦੇ ਨਾਲ ਬਿਆਨ ਕਰਦਾ ਆ। ਰੋਮੀਆਂ ਦੀ ਪੱਤਰੀ 8 ਅਧਿਆਏ 28 ਐਤ ਤੋਂ ਪੜ੍ਹਦੇ ਹਾਂ। ਅਸੀਂ ਜਾਣਦੇ ਹਾਂ ਵੀ ਜਿਹੜੇ ਪਰਮੇਸ਼ਰ ਨਾਲ ਪ੍ਰੇਮ ਰੱਖਦੇ ਹਨ, ਧਿਆਨ ਨਾਲ ਸੁਣੀਏ। ਹਾਂਜੀ, ਸਾਰੀਆਂ ਵਸਤਾਂ ਰਲ ਕੇ ਉਹਨਾਂ ਦਾ ਭਲਾ ਕਰਦੀਆਂ ਹਨ। ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ਰ ਦੀ ਮਾਂਛਾ ਦੇ ਅਨੁਸਾਰ ਸੱਦੇ ਹੋਏ ਹਨ।
ਫਿਰ ਪੜ੍ਹੀਏ, ਧਿਆਨ ਨਾਲ ਸੁਣੀਏ। ਹਾਂਜੀ। ਅਸੀਂ ਜਾਣਦੇ ਹਾਂ ਅਸੀਂ ਜਾਣਦੇ ਹਾਂ ਵੀ ਜਿਹੜੇ ਪਰਮੇਸ਼ਰ ਨਾਲ ਪ੍ਰੇਮ ਰੱਖਦੇ ਹਨ। ਹਾਂ, ਤੇ ਪ੍ਰੇਮ ਕੌਣ ਰੱਖੂਗਾ? ਜਿਹੜਾ ਡਰ ਮੰਨਦਾ ਹੈ। ਤੇ ਜਿਹਦੇ ਅੰਦਰ ਡਰ ਨਹੀਂ, ਉਹਦੇ ਅੰਦਰ ਉਹ ਪ੍ਰੇਮ ਨਹੀਂ ਰੱਖ ਸਕਦਾ। ਜਿਹੜਾ ਪ੍ਰੇਮੀ ਆ ਉਹੀ ਡਰੇਗਾ। ਦਾਊਦ ਡਰ ਦੀ ਗੱਲ ਕਰਦਾ ਆ, ਤੇ ਸੰਤ ਪੌਲਸ ਪ੍ਰੇਮ ਦੀ ਗੱਲ ਕਰਦਾ। ਹੈਗੇ ਦੋਨੇ ਹੀ ਨਵੀ, ਖੁਦਾ ਦੇ ਚੁਣੇ ਹੋਏ। ਜੇ ਡਰ ਵਾ ਤਾਂ ਫਿਰ ਪ੍ਰੇਮ ਹੈ, ਜੇ ਪ੍ਰੇਮ ਆ ਤਾਂ ਫੇਰ ਹੀ ਡਰ ਵਾ। ਜਿਹੜਾ ਪ੍ਰੇਮ ਕਰਦਾ ਉਹੀ ਡਰੂਗਾ, ਤਾਂ ਜਿਹੜਾ ਡਰਦਾ ਆ ਉਹੀ ਪ੍ਰੇਮ ਕਰ ਸਕਦਾ ਪਰਮੇਸ਼ਰ ਦੇ। ਐਤਾਂ ਦੋ ਆ, ਨਵੀ ਵੀ ਦੋ ਆ, ਗੱਲ ਇੱਕੋ ਹੀ ਹੈ। ਫਿਰ ਪੜ੍ਹੀਏ ਔਰ ਧਿਆਨ ਨਾਲ ਸੁਣੀਏ। ਅਸੀਂ ਜਾਣਦੇ ਹਾਂ ਅਸੀਂ ਜਾਣਦੇ ਹਾਂ ਵੀ ਜਿਹੜੇ ਪਰਮੇਸ਼ਰ ਨਾਲ ਪ੍ਰੇਮ ਰੱਖਦੇ ਹਨ। ਜਿਹੜੇ ਪਰਮੇਸ਼ਰ ਨਾਲ ਪ੍ਰੇਮ ਰੱਖਦੇ, ਜਿਹੜੇ ਪਰਮੇਸ਼ਰ ਤੋਂ ਡਰਦੇ ਆ, ਜਿਹੜੇ ਪਰਮੇਸ਼ਰ ਨਾਲ ਪ੍ਰੇਮ ਰੱਖਦੇ ਆ, ਜਿਹੜੇ ਪਰਮੇਸ਼ਰ ਤੋਂ ਡਰਦੇ ਆ। ਅੱਗੇ ਸਾਰੀਆਂ ਵਸਤਾਂ ਰਲ ਕੇ ਉਹਨਾਂ ਦਾ ਭਲਾ ਕਰਦੀਆਂ ਹਨ। ਕਿੰਨੀਆਂ ਵਸਤਾਂ ਰਲ ਕੇ ਭਲਾ ਕਰਦੀਆਂ? ਚਾਹੇ ਦੁੱਖ ਹੋਵੇ ਤਾਂ ਚਾਹੇ ਹੋਵੇ ਸੁੱਖ, ਚਾਹੇ ਦਿਨ ਹੋਵੇ ਤੇ ਚਾਹੇ ਹੋਵੇ ਰਾਤ। ਸਾਰੀਆਂ ਹੀ ਵਸਤਾਂ, ਜੇ ਤੁਸੀਂ ਖੁਦਾ ਦਾ ਡਰ ਮੰਨਦੇ ਹੋ, ਜੇ ਤੁਸੀਂ ਉਹਦੇ ਨਾਲ ਪ੍ਰੇਮ ਰੱਖਦੇ ਹੋ, ਜੇ ਤੁਸੀਂ ਉਹਦੇ ਨਾਂ ਦੇ ਅਖਵਾਉਂਦੇ ਹੋ, ਤੇ ਜੋ ਕੁਛ ਵੀ ਤੁਹਾਡੀ ਜ਼ਿੰਦਗੀ 'ਚ ਵਾਪਰ ਰਿਹਾ ਆ, ਫਿਰ ਤੁਹਾਡੇ ਦੇਖਣ ਦਾ ਨਜ਼ਰੀਆ, ਦੇਖਣ ਦੀ ਦ੍ਰਿਸ਼ਟੀ ਓਨਲੀ ਆਤਮਿਕ ਹੀ ਹੋਣੀ ਚਾਹੀਦੀ ਹੈ। ਜੇ ਜਿਸਮਾਨੀ ਨਜ਼ਰੀਏ ਨਾਲ ਵੇਖੋਗੇ, ਫਿਰ ਉਹ ਘਾਟਾ ਲੱਗਣਾ, ਫਿਰ ਉਹ ਦੁੱਖ ਲੱਗਣਾ, ਫਿਰ ਉਹ ਮੁਸੀਬਤ ਲੱਗਣੀ ਹੈ, ਫਿਰ ਉਹ ਪਰੇਸ਼ਾਨੀ ਲੱਗਣੀ ਹੈ, ਫਿਰ ਉਹ ਸਮੱਸਿਆ ਲੱਗਣੀ ਹੈ। ਪਰ ਜੇ ਆਤਮਿਕ ਦ੍ਰਿਸ਼ਟੀ ਨਾਲ ਜਿਹੜੇ ਮਾਰਗ ਤੇ ਤੁਸੀਂ ਚੱਲਦੇ ਹੋ, ਤੁਹਾਡਾ ਮਾਰਗ ਆਤਮਿਕ ਹੈ। ਜਿਹੜੇ ਪਰਮੇਸ਼ਰ ਨਾਲ ਪ੍ਰੇਮ ਕਰਦੇ ਆ, ਇੱਕ ਉਹ ਆ ਜਿਹੜੇ ਕਰਦੇ ਹੀ ਨਹੀਂ। ਜਿਹੜੇ ਨਹੀਂ ਕਰਦੇ ਉਹ ਸੰਸਾਰਿਕ ਹੈ, ਜਿਹੜੇ ਕਰਦੇ ਆ ਉਹ ਆਤਮਿਕ ਹੈ। ਇੱਥੇ ਦੋ ਸੰਸਾਰਾਂ ਦਾ ਜ਼ਿਕਰ ਆ ਜਾਂਦਾ, ਇੱਕ ਆ ਸੰਸਾਰ, ਇੱਕ ਉੱਪਰਲਾ ਸੰਸਾਰ। ਇੱਕ ਸਰੀਰ ਆ ਗਿਆ, ਇੱਕ ਆਤਮਾ ਆ ਗਈ। ਇੱਕ ਤੁਹਾਡਾ ਸਰੀਰ ਆ, ਇੱਕ ਤੁਹਾਡੇ ਅੰਦਰ ਆਤਮਾ ਆ। ਜੇ ਤੁਸੀਂ ਆਤਮਕ ਹੋ, ਫਿਰ ਤੁਹਾਡੀ ਦ੍ਰਿਸ਼ਟੀ, ਤੁਹਾਡਾ ਹਰ ਸਥਿਤੀ, ਹਰ ਸਿਚੁਏਸ਼ਨ ਨੂੰ ਦੇਖਣ ਦਾ ਨਜ਼ਰੀਆ ਇੱਕੋ ਹੀ ਹੋਣਾ ਚਾਹੀਦਾ, ਦੋ ਨਹੀਂ ਹੋਣੇ ਚਾਹੀਦੇ। ਜੇ ਦੋ ਬਣਾ ਲਏ ਫਿਰ ਤੁਹਾਡੇ ਲਈ ਦੁਬਿਧਾ ਆ। ਜੇ ਦੋ ਚਿੱਤੇ ਹੋ ਗਏ, ਦੁਬਿਧਾ ਆ, ਫਿਰ ਤੁਹਾਨੂੰ ਪਤਾ ਨਹੀਂ ਲੱਗਣਾ ਸਹੀ ਕੀ ਆ, ਗਲਤ ਕੀ ਹੈ। ਇਸੇ ਲਈ ਇਹ ਦੋ ਐਤਾਂ ਜਿਹੜੀਆਂ, ਜਿਹੜੇ ਪਰਮੇਸ਼ਰ ਦਾ ਡਰ ਮੰਨਦੇ ਆ ਉਹਨਾਂ ਦੀ ਗੱਲ ਵਾ। ਜਿਹੜੇ ਪਰਮੇਸ਼ਰ ਦਾ ਡਰ ਮੰਨਦੇ ਆ, ਯਹੋਵਾ ਦਾ ਭੇਤ ਉਹਨਾਂ ਦੇ ਲਈ ਹੈ। ਉਹ ਪਰਮੇਸ਼ਰ ਦੀਆਂ ਗੱਲਾਂ ਨੂੰ ਸੁਣ ਵੀ ਸਕਦੇ ਆ, ਸਮਝ ਵੀ ਸਕਦੇ ਆ, ਤੇ ਅੱਗੇ ਵੀ ਵੱਧ ਸਕਦੇ ਆ। ਜਿਹੜੇ ਪਰਮੇਸ਼ਰ ਨੂੰ ਪਿਆਰ ਕਰਦੇ ਆ, ਬਿਲੀਵਰ ਦੀ ਗੱਲ ਹੈ, ਵਿਸ਼ਵਾਸੀ ਦੀ ਗੱਲ ਹੈ,
ਆਤਮਿਕ ਜ਼ਿੰਦਗੀ ਜਿਉਣ ਵਾਲਿਆਂ ਦੀ ਗੱਲ ਹੈ, ਰਾਸਤਵਾਜਾਂ ਦੀ, ਧਰਮੀਆਂ ਦੀ ਗੱਲ ਵਾ। ਇਸੇ ਲਈ ਖੁਦਾ ਦਾ ਇੱਥੇ ਵਚਨ ਸਿਖਾਉਂਦਾ ਆ, ਜੇ ਤੁਸੀਂ ਬਲੀਵਰ ਹੋ, ਫਿਰ ਜਿਹੜੀ ਵੀ ਸਿਚੁਏਸ਼ਨ ਤੁਹਾਡੀ ਜ਼ਿੰਦਗੀ 'ਚ ਆ ਰਹੀ ਹੈ ਉਹ ਤੁਹਾਡੇ ਲਾਭਦਾਇਕ ਵਾ। ਤੁਹਾਡੇ ਲਈ ਲਾਭਦਾਇਕ ਹੈ ਜੇ ਤੁਸੀਂ ਆਤਮਿਕ ਦ੍ਰਿਸ਼ਟੀ ਨਾਲ ਉਹਨੂੰ ਵੇਖਦੇ ਹੋ। ਪਹਿਲੀ ਗੱਲ, ਜੇ ਤੁਸੀਂ ਇੱਥੇ ਰੱਬ ਦੀ ਹਜ਼ੂਰੀ 'ਚ ਬੈਠੇ ਹੋ, ਜੇ ਤੁਹਾਡੇ ਹੱਥ 'ਚ ਹੋਲੀ ਬਾਈਬਲ ਹੈ, ਜੇ ਤੁਹਾਡੀ ਜ਼ਬਾਨ ਤੇ ਪ੍ਰਭੂ ਯਿਸੂ ਮਸੀਹ ਦਾ ਨਾਂ ਆ, ਤੇ ਇਹਦਾ ਪਿਛੋਕੜ ਕੀ ਹੈ? ਇਹਦਾ ਪਿਛੋਕੜ ਸੀ ਤੁਹਾਡੀ ਸਮੱਸਿਆ, ਇਹਦਾ ਪਿਛੋਕੜ ਸੀ ਤੁਹਾਡੀ ਗਰੀਬੀ, ਇਹਦਾ ਪਿਛੋਕੜ ਹੈ ਤੁਹਾਡੇ ਪਰਿਵਾਰ ਦੀ ਸਮੱਸਿਆ, ਤੁਹਾਡੇ ਬੱਚਿਆਂ ਦੀ ਸਮੱਸਿਆ, ਤੁਹਾਡੇ ਕਾਰੋਬਾਰ ਦੀ ਸਮੱਸਿਆ। ਜੇ ਉਹ ਸਮੱਸਿਆ ਨਾ ਹੁੰਦੀ ਤੇ ਅੱਜ ਤੁਸੀਂ ਇੱਥੇ ਹੋਣਾ ਸੀ। ਜੇ ਮੇਰੀ ਜ਼ਿੰਦਗੀ 'ਚ ਮੌਤ ਵਾਲੇ ਹਾਲਾਤ ਨਾ ਹੁੰਦੇ ਤੇ ਅੱਜ ਮੇਰੇ ਹੱਥ 'ਚ ਮੈਕ ਨਾ ਹੁੰਦਾ। ਸਰੀਰ ਤੇ ਕਸ਼ਟ ਆਇਆ, ਸੁੱਤੀ ਆਤਮਾ ਨੂੰ ਜਗਾ ਦਿੱਤਾ। ਸਰੀਰ 'ਚ ਕਸ਼ਟ ਆਇਆ ਤੇ ਅਸਰ ਕਿੱਥੇ ਹੋਇਆ? ਅੰਤःਕਰਨ ਤੇ, ਮਨ ਤੇ ਹੋਇਆ। ਜੇ ਅੱਜ ਤੁਸੀਂ ਖੁਦਾ ਦੀ ਹਜ਼ੂਰੀ 'ਚੋਂ ਸਮੱਸਿਆ ਆਈ, ਕਿਸੇ ਵੀ ਰੂਪ 'ਚ ਆਈ, ਬੁੱਤ ਪ੍ਰਸਤੀ ਛੱਡੀ, ਨਸ਼ੇ ਛੱਡੇ, ਹੋਰ ਬੁਰਾਈਆਂ ਛੱਡੀਆਂ, ਹੁਣ ਕੀ ਅਸੀਂ ਉਹ ਜਿਹੜੀ ਸਾਡੀ ਸਮੱਸਿਆ ਸੀ ਉਹਨੂੰ ਹੁਣ ਅਸੀਂ ਸਮੱਸਿਆ ਕਹੀਏ ਜਾਂ ਬਰਕਤ ਕਹੀਏ? ਦੱਸੋ ਕੀ ਕਹੀਏ? ਹਾਂਜੀ, ਕੀ ਕਹੀਏ? ਉਹ ਸਰੀਰਕ ਦ੍ਰਿਸ਼ਟੀ ਦੇ ਨਾਲ ਘਾਟਾ ਸੀ, ਪਰ ਆਤਮਿਕ ਦ੍ਰਿਸ਼ਟੀ ਦੇ ਨਾਲ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦਾ ਰਸਤਾ ਮਿਲਿਆ। ਉਦੋਂ ਹਮੇਸ਼ਾ ਦੀ ਜ਼ਿੰਦਗੀ ਦਾ ਰਸਤਾ ਮਿਲਿਆ ਜਦੋਂ ਅਸੀਂ ਪਾਪ ਦੀ ਦਲਦਲ ਦੇ ਵਿੱਚ ਹੀ ਸੀਗੇ, ਤੇ ਜਦੋਂ ਸਾਨੂੰ ਧਾਰਮਿਕਤਾ ਦਾ ਗਿਆਨ ਹੀ ਨਹੀਂ ਸੀਗਾ, ਤੇ ਹੁਣ ਜਦੋਂ ਸਿਰਜਣਹਾਰੇ ਨੇ ਸਾਨੂੰ ਆਪਣੀ ਵੱਲ ਮੋੜਿਆ ਤੇ ਅਸੀਂ ਯਤਨ 'ਚ ਕਿ ਅਸੀਂ ਉਸ ਦਲਦਲ 'ਚੋਂ ਨਿਕਲ ਕੇ ਚਟਾਨ ਤੇ ਖੜੇ ਹੋਈਏ। ਅਸੀਂ ਇਸ ਦੌੜ ਦੇ ਵਿੱਚ ਹਾਂ। ਜਿਵੇਂ ਰੱਬ ਦਾ ਪ੍ਰੇਮੀ ਫਿਲਿੱਪੀਆਂ ਦੀ ਪੱਤਰੀ 'ਚ ਬਿਆਨ ਕਰਦਾ ਕਿ ਜਿਹੜੀ ਗੱਲ ਦੇ ਲਈ ਉਹਨੇ ਮੈਨੂੰ ਹੱਥ ਪਾਇਆ ਆ, ਮੈਂ ਵੀ ਕਿਵੇਂ ਨਾ ਕਿਵੇਂ ਉਸ ਭੇਤ ਨੂੰ ਸਮਝ ਲਵਾਂ। ਤੇ ਹੁਣ ਜਦੋਂ ਅਸੀਂ ਇਸ ਦੌੜ ਵਿੱਚ ਹਾਂ ਸਾਰੇ ਹੀ, ਤਾਂ ਕਿੰਨਾ ਵੱਧ ਕੇ ਉਹ ਸਾਡੀ ਅਗਵਾਈ ਕਰੇਗਾ, ਤੇ ਕਿੰਨਾ ਵੱਧ ਕੇ ਉਹ ਸਾਡੇ ਲਈ ਜੋ ਕਰੇਗਾ ਸਾਡੇ ਲਈ ਲਾਭਵੰਤ ਹੀ ਹੋਵੇਗਾ, ਹਾਨੀਕਾਰਕ ਨਹੀਂ ਹੋਵੇਗਾ। ਇਸ ਲਈ ਪਰਮੇਸ਼ਰ ਦਾ ਵਚਨ ਸਿਖਾਉਂਦਾ ਆ। ਫਿਰ ਪੜ੍ਹੀਏ ਇਸੇ ਆਇਤ ਨੂੰ ਧਿਆਨ ਦੇ ਨਾਲ ਸੁਣੀਏ। ਅਸੀਂ ਜਾਣਦੇ ਹਾਂ ਵੀ ਜਿਹੜੇ ਪਰਮੇਸ਼ਰ ਨਾਲ ਪ੍ਰੇਮ ਰੱਖਦੇ ਹਨ। ਹਾਂ, ਗੱਲ ਉਹਨਾਂ ਦੀ ਹੈ, ਦੂਸਰਿਆਂ ਦੀ ਨਹੀਂ। ਓਨਲੀ ਸਿਰਫ ਰਾਸਤਵਾਜਾਂ ਦੀ, ਬਲੀਵਰ ਧਰਮੀਆਂ ਦੀ ਗੱਲ ਹੈ। ਧਰਮੀਆਂ ਦੇ ਲਈ ਇਹ ਪ੍ਰਤਿਗਿਆ ਆ, ਧਰਮੀਆਂ ਦੇ ਲਈ ਇਹ ਵਾਅਦਾ ਆ, ਧਰਮੀਆਂ ਦੇ ਲਈ ਇਹ ਵਚਨ ਹੈ।
ਦੂਜਿਆਂ ਦੇ ਲਈ ਨਹੀਂ। ਅਸੀਂ ਜਾਣਦੇ ਹਾਂ, ਹਾਂਜੀ, ਵੀ ਜਿਹੜੇ ਪਰਮੇਸ਼ਰ ਨਾਲ ਪ੍ਰੇਮ ਰੱਖਦੇ ਹਨ, ਜਿਹੜੇ ਖੁਦਾ ਦੇ ਨਾਲ ਪ੍ਰੇਮ ਰੱਖਦੇ ਹਨ, ਸਾਰੀਆਂ ਵਸਤਾਂ ਰਲ ਕੇ ਉਹਨਾਂ ਦਾ ਭਲਾ ਕਰਦੀਆਂ ਹਨ। ਹਾਂ, ਕਿੰਨੀਆਂ ਵਸਤਾਂ? ਚਾਹੇ ਉਹ ਘਾਟੇ ਵਾਲੀ ਹੋਵੇ ਤੇ ਚਾਹੇ ਉਹ ਵਾਧੇ ਵਾਲੀ ਹੋਵੇ। ਜੇ ਕਿਤੇ ਇਦਾਂ ਨਜ਼ਰ ਆਵੇ, ਜੇ ਕਿਤੇ ਇਦਾਂ ਲੱਗੇ ਦਾਨੀਅਲ ਦੀ ਜ਼ਿੰਦਗੀ 'ਚ ਜੇ ਹਾਲਾਤ ਨਾ ਆਏ ਹੁੰਦੇ ਤਾਂ ਉਹਦਾ ਅੱਜ ਇਤਿਹਾਸ ਨਾ ਹੁੰਦਾ ਕਿ ਉਹਨੂੰ ਸ਼ੇਰਾਂ ਦੇ ਘੋੜੇ 'ਚ ਸੁੱਟਿਆ ਗਿਆ। ਉਹਨੂੰ ਸ਼ੇਰਾਂ ਦੇ ਘੋੜੇ 'ਚ ਸੁੱਟਿਆ ਗਿਆ ਤੇ ਖੁਦਾ ਨੇ ਆਪਣੇ ਦੂਤਾਂ ਨੂੰ ਭੇਜਿਆ। ਕੀ ਕਰਨ ਦੇ ਲਈ? ਸ਼ੇਰਾਂ ਦੇ ਮੂੰਹ ਸਦਰਕ, ਮੇਸ਼ਕ ਤੇ ਅਬਦਨਗੋ ਬਲਦੀ ਅੱਗ ਦੀ ਭੱਠੀ 'ਚ ਸੁੱਟ ਦਿੱਤੇ ਗਏ। ਤੇ ਪਰਮੇਸ਼ਰ ਨੇ ਅੱਗ ਦੇ ਧਾਵਾਂ ਨੂੰ ਠੰਡਿਆਂ ਕਰ ਦਿੱਤਾ। ਔਰ ਬਾਈਬਲ ਦੇ ਇਤਿਹਾਸ 'ਚ ਲਿਖਿਆ ਆ ਕਿ ਜਦੋਂ ਇਜ਼ਰਾਇਲੀ ਲੋਕ ਮਿਸਰ ਦੀ ਗੁਲਾਮੀ 'ਚੋਂ ਨਿਕਲੇ ਤੇ ਅੱਗੇ ਲਾਲ ਸਮੁੰਦਰ ਆ ਗਿਆ। ਤੇ ਖੁਦਾ ਨੂੰ ਨਹੀਂ ਪਤਾ ਸੀ ਵੀ ਅੱਗੇ ਲਾਲ ਸਮੁੰਦਰ ਹੈ, ਪਤਾ ਹੀ ਸੀ, ਪਰ ਉੱਥੇ ਵਚਨ 'ਚ ਲਿਖਿਆ ਕਿ ਪਰਮੇਸ਼ਰ ਜਾਣ ਬੁੱਝ ਕੇ ਉੱਥੇ ਲੈ ਕੇ ਆਇਆ ਉਹਨਾਂ ਨੂੰ। ਕੀ ਕਰਨ ਦੇ ਲਈ? ਪਹਿਲੀ ਗੱਲ, ਅਸੀਂ ਸਾਰਿਆਂ ਨੇ ਸੁਣਿਆ ਕਿ 10 ਬਬਾ ਮਿਸਰ ਵਿੱਚ ਪਈਆਂ। ਕਿੰਨੀਆਂ ਬਬਾ? ਔਰ 10 ਬਬਾ ਦੇ ਵਿੱਚ, ਬਬਾ ਮੀਨਸ ਬਿਮਾਰੀਆਂ, 10 ਬਿਮਾਰੀਆਂ ਦੇ ਵਿੱਚ ਹੀ 100% ਮਿਸਰੀਆਂ ਦਾ ਨੁਕਸਾਨ ਹੋਇਆ ਤੇ ਇਜ਼ਰਾਇਲੀਆਂ ਦਾ ਅੰਸ਼ ਮਾਤਰ ਵੀ ਨੁਕਸਾਨ ਨਹੀਂ ਹੋਇਆ। ਇੱਥੋਂ ਤੱਕ ਲਿਖਿਆ ਕਿ ਖੁਦਾ ਕਹਿੰਦਾ ਇਜ਼ਰਾਇਲੀ ਲੋਕਾਂ ਦੇ ਵਿਰੋਧ 'ਚ ਮੈਂ ਇੱਕ ਕੁੱਤਾ ਵੀ ਭੌਂਕਣ ਨਹੀਂ ਦਊਂਗਾ। ਬੰਦਾ ਤਾਂ ਬਹੁਤ ਦੂਰ ਦੀ ਗੱਲ, ਇੱਕ ਕੁੱਤਾ ਵੀ ਆਪਣਾ ਮੂੰਹ ਨਹੀਂ ਖੋਲੂਗਾ। ਮਿਸਰੀ ਦਾ ਬਹੁਤ ਦੂਰ ਦੀ ਗੱਲ ਤੇ ਮੇਰੇ ਚੁਣੇ ਹੋਏ ਲੋਕਾਂ ਦੇ ਵਿਰੋਧ 'ਚ ਖੜੇ ਹੋ। ਹੁਣ ਜਿਹੜੀਆਂ 10 ਬਬਾ ਪਈਆਂ, ਜਿੱਦਾਂ ਹੀ ਨਿਕਲੇ, ਪਰਮੇਸ਼ਰ ਦੇਖਣਾ ਚਾਹੁੰਦਾ ਸੀ ਵੀ 10 ਬਬਾ ਦੇ ਵਿੱਚ ਮੇਰੀ ਕੌਮ, ਮੇਰੇ ਲੋਕ, ਮੈਂ ਇਹਨਾਂ ਨੂੰ ਬਚਾ ਲਿਆ। ਇਹਨਾਂ ਤੇ ਅਸਰ ਕੀ ਹੋਇਆ? ਮਿਸਰੀਆਂ ਤੇ ਤਾਂ ਜਿਹੜਾ ਮਾੜਾ ਅਸਰ ਹੋਇਆ ਹੋਇਆ, ਪਰ ਇਜ਼ਰਾਇਲੀਆਂ ਤੇ ਚੰਗਾ ਅਸਰ ਕੀ ਹੋਇਆ? ਜਿੱਦਾਂ ਹੀ ਨਿਕਲੇ ਮੋਰੇ ਲਾਲ ਸਮੁੰਦਰ ਆ। ਹੁਣ ਇਜ਼ਰਾਇਲੀ ਲੋਕਾਂ ਦੇ ਲਈ ਵੀ ਇੱਕ ਤਰ੍ਹਾਂ ਦੀ ਵਬਾ ਸੀ, ਮੁਸੀਬਤ ਸੀ। ਤੇ ਉੱਥੇ ਉਹਨਾਂ ਦੀ ਹਾਲਤ ਕੀ ਹੋਈ? ਮੂਸਾ ਨੂੰ ਕਹਿੰਦੇ ਮਿਸਰ 'ਚ ਕਬਰਾਂ ਹੈ ਨਹੀਂ ਸੀ। ਖੁਦਾ ਦਾ ਵਿਜ਼ਨ ਨਹੀਂ ਸਮਝੇ। ਪਰਮੇਸ਼ਰ ਦਾ ਵਿਜ਼ਨ, ਪਰਮੇਸ਼ਰ ਦਾ ਦਰਸ਼ਨ, ਜਿਹੜੇ ਉਹਦਾ ਡਰ ਮੰਨਦੇ ਉਹਨਾਂ ਦੇ ਲਈ, ਜਿਹੜੇ ਉਹਦਾ ਭੈ ਮੰਨਦੇ, ਜਿਹੜੇ ਉਹਦੇ ਨਾਲ ਪ੍ਰੇਮ ਰੱਖਦੇ। ਕਹਿੰਦੇ ਸਾਨੂੰ ਲਾਲ ਸਮੁੰਦਰ 'ਚ ਡੋਬ ਕੇ ਮਾਰਨ ਵਾਸਤੇ ਤੂੰ ਇੱਥੇ ਲੈ ਕੇ ਆਇਆ। ਭੁੱਲ ਗਏ ਕਿ 10 ਵੱਡੀਆਂ ਵੱਡੀਆਂ ਆਫਤਾਂ, ਮੁਸੀਬਤਾਂ ਦੇ ਵਿੱਚ ਖੁਦਾ ਨੇ ਸਾਨੂੰ ਸੰਭਾਲਿਆ। ਉੱਥੇ ਨਹੀਂ ਮਰਨ ਦਿੱਤਾ। ਜਿਹਨੇ ਉੱਥੇ ਨਹੀਂ ਮਰਨ ਦਿੱਤਾ ਉਹ ਇੱਥੇ ਮਰਨ ਦਊ। ਪਰ ਉਹਨਾਂ ਦੀ ਅੰਦਰਲੀ ਹਾਲਤ ਪਰਖੀ ਗਈ।
ਉਹ ਭੱਜਣਾ ਚਾਹੁੰਦੇ ਸੀ, ਪਰ ਪਰਮੇਸ਼ਰ ਉਹਨਾਂ ਨੂੰ ਉੱਥੇ ਵੀ ਚਮਤਕਾਰੀ ਕਰਕੇ ਦਿਖਾਲਣ ਨਹੀਂ ਚਾਹੁੰਦਾ ਸੀ। ਉਹਨਾਂ ਤੇ ਸਿੱਧ ਕਰਨਾ ਚਾਹੁੰਦਾ ਸੀ ਇਸ ਗੱਲ ਨੂੰ ਕਿ ਮੈਂ ਮਿਸਰ ਦੇ ਵਿੱਚ ਹੀ ਨਹੀਂ, ਜੇ ਤੁਸੀਂ ਮਿਸਰ ਤੋਂ ਤੁਰ ਪਏ ਹੋ ਨਾ ਤਾਂ ਜਦ ਤੱਕ ਕਨਾਨ ਦੀ ਧਰਤੀ ਤੇ ਨਹੀਂ ਪਹੁੰਚ ਜਾਂਦੇ ਮੈਂ ਤੁਹਾਡੀ ਅਗਵਾਈ ਕਰਾਂਗਾ। ਜਦ ਤੱਕ ਤੁਸੀਂ ਵਾਅਦੇ ਵਾਲੀ ਧਰਤੀ ਤੇ ਪਹੁੰਚ ਨਹੀਂ ਜਾਂਦੇ। ਇਹ ਪਹਿਲੀ ਗੱਲ ਸੀ ਕਿ ਜਦੋਂ ਮਿਸਰ ਦੀ ਗੁਲਾਮੀ ਚੋਂ ਨਿਕਲੇ ਆ ਮੂਹਰੇ ਲਾਲ ਸਮੁੰਦਰ ਆਇਆ। ਪਰਮੇਸ਼ਰ ਕੁੱਟ-ਕੁੱਟ ਕੇ ਉਹਨਾਂ ਦੇ ਅੰਦਰ ਨਿਸ਼ਚਾ ਭਰਨਾ ਚਾਹੁੰਦਾ ਸੀ, ਆਪਣੀ ਨੇੜਤਾ ਭਰਨਾ ਚਾਹੁੰਦਾ ਸੀ, ਆਪਣਾ ਗਿਆਨ ਦੇਣਾ ਚਾਹੁੰਦਾ ਸੀ, ਆਪਣਾ ਭੇਤ ਉਹਨਾਂ ਤੇ ਪ੍ਰਗਟ ਕਰਨਾ ਚਾਹੁੰਦਾ ਸੀ। ਹੁਣ ਉਹ ਲਾਲ ਸਮੁੰਦਰ ਉਹਨਾਂ ਲਈ ਹਾਨੀਕਾਰਕ ਸੀਗਾ ਜਾਂ ਲਾਭਦਾਇਕ ਸੀਗਾ? ਉਹਨਾਂ ਦੇ ਵਿਸ਼ਵਾਸ ਨੂੰ ਵਧਾਉਣ ਲਈ ਸੀ ਕਿ ਜਿਹੜਾ ਸ਼ੁਰੂਆਤ ਦੇ ਵਿੱਚ ਇਹ ਖੁਸ਼ਕੀ ਇਹ ਧਰਤੀ ਬਣਾ ਸਕਦਾ, ਅੱਜ ਵੀ ਉਹ ਪਾਣੀਆਂ ਨੂੰ ਇਕੱਠੇ ਕਰਕੇ ਧਰਤੀ ਬਣਾਉਣ ਦੀ ਤਾਕਤ ਰੱਖਦਾ ਹੈ। ਉਹਨਾਂ ਦੀ ਜ਼ਿੰਦਗੀ 'ਚ ਵਿਸ਼ਵਾਸ ਨੂੰ ਵਧਾਉਣ ਦੇ ਲਈ, ਵਿਸ਼ਵਾਸ ਦੀ ਇੱਕ ਤਹਿ ਹੋਰ ਲਾਉਣ ਦੇ ਲਈ, ਜਿੱਦਾਂ ਹੀ ਨਿਕਲੇ ਖੁਦਾ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸੇ ਲਈ ਇਹ ਵਚਨ ਸਾਨੂੰ ਸਿਖਾਉਂਦਾ ਹੈ। ਫਿਰ ਪੜ੍ਹੀਏ, ਧਿਆਨ ਨਾਲ ਸੁਣੀਏ। ਅਸੀਂ ਜਾਣਦੇ ਹਾਂ ਕਿ ਜਿਹੜੇ ਪਰਮੇਸ਼ਰ ਨਾਲ ਪ੍ਰੇਮ ਰੱਖਦੇ ਹਨ ਸਾਰੀਆਂ ਵਸਤਾਂ ਰਲ ਕੇ ਉਹਨਾਂ ਦਾ ਭਲਾ ਕਰਦੀਆਂ ਹਨ। ਕਿੰਨੀਆਂ ਵਸਤਾਂ? ਚਾਹੇ ਲਾਲ ਸਮੁੰਦਰ ਹੋਵੇ ਤੇ ਚਾਹੇ ਹਰਾ ਸਮੁੰਦਰ ਹੋਵੇ, ਤੇ ਚਾਹੇ ਪੀਲਾ ਸਮੁੰਦਰ ਹੋਵੇ ਤੇ ਚਾਹੇ ਕਾਲਾ ਹੋਵੇ ਤੇ ਚਾਹੇ ਕੋਈ ਹੋਰ ਹੋਵੇ। ਕਹਿਣ ਦਾ ਭਾਵ ਮੁਸੀਬਤ ਦਾ ਰੂਪ ਕੋਈ ਵੀ ਹੋਵੇ, ਸਮੱਸਿਆ ਦਾ ਰੰਗ ਕੋਈ ਵੀ ਹੋਵੇ, ਸਮੱਸਿਆ ਦਾ ਰੰਗ ਕੋਈ ਵੀ ਹੋਵੇ, ਤੁਸੀਂ ਆਤਮਕ ਹੋ। ਜੇ ਆਤਮਕ ਦ੍ਰਿਸ਼ਟੀ ਨਾਲ ਵੇਖੋਗੇ ਫਿਰ ਉਹ ਸਮੱਸਿਆ ਨਹੀਂ ਰਹਿਣੀ, ਫਿਰ ਉਹ ਤੁਹਾਡੇ ਲਈ ਬਰਕਤ ਬਣ ਜਾਣੀ। ਇੱਥੇ ਗਵਾਹੀ ਦੇ ਰਹੇ ਸੀ ਕਿ ਭਾਈ ਤੂੜੀ ਕੱਢਣ ਲੱਗੇ ਵੀ ਸੱਪ ਨਜ਼ਰ ਆਇਆ। ਸੱਪ ਸਿੱਧਾ ਬੰਦੇ ਦੇ ਡੰਗ ਮਾਰੇ ਹਾਨੀਕਾਰਕ ਹੈ, ਸਿੱਧੀ ਜ਼ਹਿਰ ਬੰਦੇ ਦੇ ਸਰੀਰ 'ਚ ਜਾਵੇ ਤਾਂ ਹਾਨੀਕਾਰਕ ਹੈ, ਪਰ ਜੇ ਉਸੇ ਜ਼ਹਿਰ ਨੂੰ ਕਈ ਔਸ਼ਧੀਆਂ ਦੇ ਜ਼ਰੀਏ ਮੈਡੀਸਨ ਦੇ ਵਿੱਚ ਪਾ ਕੇ ਜਦੋਂ ਇਸਤੇਮਾਲ ਕੀਤਾ ਜਾਂਦਾ ਤੇ ਉਹ ਇਨਸਾਨ ਨੂੰ ਹਾਨੀ ਕਰਨ ਦੀ ਬਜਾਏ, ਨੁਕਸਾਨ ਕਰਨ ਦੀ ਬਜਾਏ ਉਹੀ ਸੱਪ ਦਾ ਜ਼ਹਿਰ ਬੰਦੇ ਨੂੰ ਲਾਭ ਪਹੁੰਚਾਉਂਦਾ। ਗੱਲ ਉਸ ਜ਼ਹਿਰ ਨੂੰ ਇਸਤੇਮਾਲ ਕਰਨ ਦੀ। ਜੇ ਬਲੀਵਰ ਹੋਣ ਦੇ ਨਾਤੇ ਦੁੱਖ ਨੂੰ ਦੁੱਖ ਹੀ ਸਮਝ ਲਿਆ ਫਿਰ ਗਏ, ਤੇ ਜੇ ਬਲੀਵਰ ਹੋਣ ਦੇ ਨਾਤੇ ਦੁੱਖ ਨੂੰ ਬਰਕਤ ਸਮਝ ਲਿਆ ਫਿਰ ਬਰਕਤ ਤੁਸੀਂ ਨਹੀਂ, ਤੁਹਾਡੇ ਦੁਆਰਾ ਦੁਨੀਆ ਬਰਕਤ ਪ੍ਰਾਪਤ ਕਰੇ। ਫਿਰ ਤੁਸੀਂ ਨਹੀਂ ਖੜੇ ਹੋਵੋਗੇ, ਹਜ਼ਾਰਾਂ ਲੱਖਾਂ ਨੂੰ ਖੜੇ ਕਰੋਗੇ। ਇਸ ਲਈ ਤਾਂ ਕਲਾਮ 'ਚ ਲਿਖਿਆ ਹੈ, ਹੋਸ਼ਿਆ ਦੀ ਬੁੱਕ 4 ਅਧਿਆਇ ਦੀ 6 ਆਇਤ ਪੜ੍ਹੀਏ। ਹੋਸ਼ਿਆ ਨਬੀ ਦੀ ਪੁਸਤਕ। ਮੇਰੀ ਪਰਜਾ ਗਿਆਨ ਬਹਾਉਣੀ ਨਾਸ ਹੁੰਦੀ ਹੈ। ਗਿਆਨ ਤੋਂ ਬਿਨਾਂ ਨਾਸ਼ ਹੋ ਰਹੇ हैं। ਗਿਆਨ ਨਹੀਂ ਆ ਸਿਰਜਣਹਾਰੇ ਦਾ, ਤਦੀ ਬਰਕਤ ਤੋਂ ਬਣ ਜੇ। ਜਦੋਂ ਬਰਕਤ ਲੈਣ ਦਾ ਗਿਆਨ ਆ ਗਿਆ ਤਾਂ ਬਰਕਤ ਮਗਰ ਮਗਰ ਹੋਣੀ ਹੈ।
ਜੇ ਕਾਮਯਾਬੀ ਦਾ ਭੇਤ ਆ ਗਿਆ ਨਾ, ਤਾਂ ਕਿਸੇ ਐਕਟਰ ਨੇ ਗੱਲ ਕਹੀ ਹੈ, ਕਹਿੰਦਾ ਕਾਮਯਾਬੀ ਤੁਹਾਡੇ ਪੈਰ ਚੁੰਮੂਗੀ। ਜੇ ਕਾਮਯਾਬੀ ਦਾ ਭੇਤ ਆ ਗਿਆ ਤੇ ਕਾਮਯਾਬੀ ਨੇ, ਸਫਲਤਾ ਨੇ ਤੁਹਾਡੇ ਪੈਰ ਚੁੰਮਣੇ ਆ। ਤੁਹਾਨੂੰ ਨਹੀਂ ਸਫਲਤਾ ਦੇ ਮਗਰ, ਕਾਮਯਾਬੀ ਦੇ ਮਗਰ ਭੱਜਣ ਦੀ ਜ਼ਰੂਰਤ। ਕਾਮਯਾਬੀ ਸਫਲਤਾ ਦਾ ਭੇਤ ਹੋਣਾ ਚਾਹੀਦਾ। ਤੁਹਾਡੇ ਪੈਰ ਚੁੰਮੂਗੀ, ਤੁਸੀਂ ਸਫਲ ਹੋਵੋਗੇ। ਹੋਸ਼ਿਆ ਨਬੀ ਇਸ ਗੱਲ ਨੂੰ ਬਿਆਨ ਕਰਦਾ, ਜਿਨ੍ਹਾਂ ਤੋਂ ਸਿਰਜਣਹਾਰੇ ਦਾ ਗਿਆਨ ਨਹੀਂ, ਉਹ ਬਰਕਤਾਂ ਤੋਂ ਵਾਂਝੇ ਰਹਿ ਜਾਂਦੇ ਨੇ, ਉਹ ਨਾਸ਼ ਹੁੰਦੇ ਨੇ। ਪਰ ਜਿਹੜੇ ਕਿਰਪਾ ਦਾ ਭੇਦ ਪਾ ਲੈਂਦੇ ਨੇ, ਉਹ ਆਪ ਵੀ ਜੀਵਨ ਪ੍ਰਾਪਤ ਕਰਦੇ ਨੇ ਤੇ ਉਹ ਦੁਨੀਆ ਦੇ ਲਈ ਵੀ ਬਰਕਤ ਦਾ ਕਾਰਨ ਬਣਦੇ ਨੇ। ਰਹਿਮਤ ਕਿਰਪਾ ਉਹਨਾਂ ਦੇ ਪਿੱਛੇ ਪੈ ਕੇ ਉਹਨਾਂ ਨੂੰ ਮਿਲਦੀ ਹੈ। ਪੜ੍ਹੀਏ, ਧਿਆਨ ਨਾਲ ਸੁਣੀਏ ਇਸ ਆਇਤ ਨੂੰ। ਮੇਰੀ ਪਰਜਾ ਗਿਆਨ ਵਹਾਉਣੀ ਨਾ ਸੁਣਦੀ ਹੈ। ਗਿਆਨ ਤੋਂ ਬਿਨਾ ਜਦੋਂ ਸਾਡੇ ਇਮਾਨ ਦੀ ਪਰਖ ਹੁੰਦੀ ਆ, ਅਸੀਂ ਕਹਿੰਦੇ ਪਹਿਲਾਂ ਠੀਕ ਸੀ। ਅਸੀਂ ਕਹਿੰਦੇ ਪਹਿਲਾਂ, ਜਦੋਂ ਸਾਡੇ ਇਮਾਨ ਦੀ ਪਰਖ ਹੁੰਦੀ, ਅਸੀਂ ਕਹਿੰਦੇ ਪਹਿਲਾਂ ਠੀਕ ਸੀ। ਜਦੋਂ ਬੁਰਾਈ ਨਿਕਲ ਜਾਣੀ ਆ ਸਾਰੀ, ਜਦੋਂ ਅਗਿਆਨਤਾ ਨਿਕਲ ਜਾਣੀ ਆ, ਵਹਿਮ ਭਰਮ ਨਿਕਲ ਜਾਣੇ ਆ, ਸ਼ੱਕ ਨਿਕਲ ਜਾਣਾ, ਫਿਰ ਪਿਓਰ ਵਿਸ਼ਵਾਸ ਹੋਣਾ ਸਾਡੇ ਅੰਦਰ। ਉਹ ਪਿਓਰ ਵਿਸ਼ਵਾਸ ਨੇ ਫਿਰ ਸਾਡੇ ਲਈ ਪਿਓਰ ਬਰਕਤਾਂ ਲੈ ਕੇ ਆਉਣੀਆਂ, ਪਰ ਉਹਦਾ ਨਿਕਲਣਾ ਬੜਾ ਜ਼ਰੂਰੀ ਹੈ। ਸ਼ੱਕ ਭਰਮ ਨਿਕਲਦਾ ਜਾਣਾ ਆ ਤੇ ਵਿਸ਼ਵਾਸ ਆਉਂਦਾ ਜਾਣਾ। ਉਹ ਵਿਸ਼ਵਾਸ ਜਿਹਨੂੰ ਫਿਰ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਕਮਜ਼ੋਰ ਨਹੀਂ ਕਰ ਸਕਦੀ। ਕਈ ਵਾਰੀ ਆਪਾਂ ਸੁਣਿਆ ਨਿਸ਼ਚਾ ਦੀਆਂ ਵੀ ਸਟੇਜਾਂ ਆ, ਵਿਸ਼ਵਾਸ ਦੀਆਂ ਜਿਹੜੀਆਂ ਸਟੇਜਾਂ ਆ, ਇੱਕ ਨਿਸ਼ਚਾ, ਇੱਕ ਮੁਰਦਾ ਨਿਸ਼ਚਾ। ਜਿਹੜੀ ਟੌਪ ਦੀ ਨਿਸ਼ਚਾ ਆ, ਉਹਨੂੰ ਕਿਹਾ ਗਿਆ ਪੱਕੀ ਨਿਸ਼ਚਾ, ਜਿੱਦਾਂ ਛੱਤ ਲੈਂਟਰ ਵਾਲੀ ਹੈ, RCC। ਇੱਕ ਉਹ ਲੈਂਟਰ ਪੈਂਦਾ ਜਿਸ 'ਚ ਪਹਿਲਾਂ ਇੱਟਾਂ ਲਾਉਂਦੇ ਹੁੰਦੇ ਸੀ, ਇੱਟਾਂ ਵੀ ਰੱਖਦੇ। RCC ਦਾ ਮਤਲਬ ਸਿਰਫ ਸਰੀਆ, ਬਜਰੀ, ਸੀਮੈਂਟ ਤੇ ਰੇਤਾ ਆ, ਇੱਟ ਕੋਈ ਨਹੀਂ। ਜਿਹੜੇ ਪਹਿਲਾਂ ਲੈਂਟਰ ਪੈਂਦੇ ਹੁੰਦੇ ਸੀ, ਵਿੱਚ ਇੱਟਾਂ ਰੱਖਦੇ ਸੀ। RCC ਸਰੀਆ, ਬਜਰੀ, ਸੀਮੈਂਟ, ਇੱਟ ਕੋਈ ਨਹੀਂ। ਇੱਟ ਵਾਲੇ ਲੈਂਟਰ ਦਾ ਵੀ ਖਤਰਾ ਹੀ ਰਹਿੰਦਾ। ਜਦੋਂ ਇੱਟ ਪਿੱਲੀ ਪੈ ਗਈ, ਜੋ ਡਿੱਗਣ ਲੱਗ ਪੈਂਦਾ। ਤੇ ਹੁਣ ਪੈਂਦੇ ਹੀ RCC ਹੈ, ਹੁਣ ਨਹੀਂ ਇੱਟ ਪਾਉਂਦਾ ਕੋਈ। ਇਸ ਕਰਕੇ ਲੈਂਟਰ ਦੀਆਂ ਵੀ ਸਟੇਜਾਂ ਆ, ਛੱਤ ਦੀਆਂ ਵੀ ਸਟੇਜਾਂ ਆ, ਕਾਨਿਆਂ ਦੀ ਛੱਤ, ਬਾਲਿਆਂ ਦੀ ਛੱਤ। ਲੈਂਟਰ ਵਾਲੀ ਚਿੱਟਾਂ ਵੀ ਪੈਂਦੀਆਂ ਸੀ, ਪਰ ਇੱਕ RCC ਜਿਸ 'ਚ ਸਿਰਫ ਸਰੀਆ, ਬਜਰੀ, ਸੀਮੈਂਟ, ਇੱਟ ਕੋਈ ਨਹੀਂ। ਗੱਲ ਨਿਸ਼ਚਾ ਦੀ ਹੈ। ਇੱਦਾਂ ਦੀ ਨਿਸ਼ਚਾ ਸਿਰਜਣਹਾਰਾ ਤੁਹਾਡੇ ਅੰਦਰ ਪੈਦਾ ਕਰਨੀ ਚਾਹੀਦੀ। ਇਹ ਹੋਣੀ ਉਦੋਂ ਹੀ ਹੈ ਜਦੋਂ ਇੱਦਾਂ ਦੇ ਲਾਲ ਸਮੁੰਦਰ ਮੂਹਰੇ ਆਉਣਗੇ, ਫੇਰ ਹੀ ਪਤਾ ਲੱਗਣਾ ਵੀ ਲਾਲ ਸਮੁੰਦਰ ਵੀ ਸਾਡਾ ਕੋਈ ਨੁਕਸਾਨ, ਜਿਹੜੇ ਉਹਦਾ ਡਰ ਮੰਨਦੇ ਆ, ਜਿਹੜੇ ਉਹਦੇ ਪ੍ਰੇਮੀ ਆ, ਸਾਰੀਆਂ ਵਸਤਾਂ ਮਿਲ ਕੇ ਉਹਨਾਂ ਦਾ ਭਲਾ ਕਰਦੀਆਂ। ਤਾਲੀ ਮਾਰੀਏ ਜ਼ੋਰ ਤੇ। ਇਹ ਨਿਸ਼ਚਾ ਇਮਾਨਦਾਰਾਂ ਦਾ ਪਿਤਾ ਅਬਰਾਹਮ
ਇਹ ਨਿਸ਼ਚਾ ਉਹਦੇ ਕੋਲ ਸੀਗੀ। ਇਹ ਨਿਸ਼ਚਾ ਬਣਾਉਣ ਲਈ 25 ਸਾਲ ਲੱਗ ਗਏ। 25ਵੇਂ ਸਾਲ ਜਾ ਕੇ ਉਹਦੇ ਘਰ ਔਲਾਦ ਪੈਦਾ ਹੋਈ। ਉਦੋਂ ਹੋਈ ਜਦੋਂ ਉਹਦਾ ਸਰੀਰ ਮੁਰਦੇ ਦੀ ਤਰ੍ਹਾਂ ਹੋ ਗਿਆ। ਤਾਂ ਜਦੋਂ ਉਹਦੀ ਪਤਨੀ ਸਾਰਾ, ਉਹਦੀ ਕੁੱਖ ਨੂੰ ਵੀ ਸੋਕਾ ਲੱਗ ਗਿਆ ਕਿ ਬੱਚੇ ਨੂੰ ਜਨਮ ਨਹੀਂ ਦੇ ਸਕਦੀ। ਕਲਾਮ ਬਿਆਨ ਕਰਦਾ, ਲਿਖਿਆ ਇੱਕ ਮੁਰਦੇ ਤੋਂ ਇੰਨੇ ਕੁ ਪੈਦਾ ਹੋਏ ਜਿੰਨੇ ਸਮੁੰਦਰ ਦੀ ਕੰਢੇ ਦੇ ਉੱਤੇ ਰੇਤ ਦੇ ਕਿਣਕੇ। ਇਹ ਤੁਸੀਂ ਤੇ ਮੈਂ ਉਹਦੀ ਅੰਸ਼ ਹੈ। ਪਰਖਿਆ ਗਿਆ, ਜਾਚਿਆ ਗਿਆ। ਪਰ ਉਹਨਾਂ ਨੇ ਆਪਣੀ ਦ੍ਰਿਸ਼ਟੀ ਨੂੰ ਚੇਂਜ ਨਹੀਂ ਹੋਣ ਦਿੱਤਾ। ਬਣੇ ਰਹੇ, ਖੜੇ ਰਹੇ। ਇਸ ਲਈ ਕਲਾਮ 'ਚ ਲਿਖਿਆ ਉਹਦੇ ਬਾਰੇ 'ਚ ਕਿ ਉਹਨੂੰ ਪੱਕੀ ਨਿਸ਼ਚਾ ਸੀ। ਕਿਹੜੀ ਨਿਸ਼ਚਾ? ਇੱਦਾਂ ਦੀ ਨਿਸ਼ਚਾ ਸਿਰਜਣਹਾਰਾ ਹਰ ਬਲੀਵਰ ਨੂੰ ਦੇਣਾ ਚਾਹੁੰਦਾ। ਤਾਂ ਇੱਦਾਂ ਦੀ ਨਿਸ਼ਚਾ ਇਜ਼ਰਾਈਲੀਆਂ ਦੇ ਅੰਦਰ ਪਰਮੇਸ਼ਰ ਕੁੱਟ-ਕੁੱਟ ਕੇ ਭਰਨਾ ਚਾਹੁੰਦਾ ਸੀ। ਮਿਸਰ 'ਚੋਂ ਕੱਢ ਕੇ ਚੈੱਕ ਕਰਨਾ ਚਾਹੁੰਦਾ ਸੀ ਵੀ ਨਿਸ਼ਚਾ ਦੀ ਸ਼ੁਰੂਆਤ ਹੋ ਗਈ ਆ ਜਾਂ ਨਹੀਂ ਹੋਈ ਹਜੇ। ਰੋਮੀਆਂ ਦੀ ਪੱਤਰੀ 4 ਅਧਿਆਏ 20 ਐਤ ਪੜ੍ਹੀ। ਪਰੰਤੂ ਪਰਮੇਸ਼ਰ ਦੇ ਬਚਨ ਦੀ ਬਲੋਂ ਉਹਨੇ ਬੇਪ੍ਰਤੀਤੀ ਨਾਲ ਸ਼ੰਕਾ ਨਾ ਕੀਤੀ। ਹਾਂ, ਬੇਪ੍ਰਤੀਤੀ ਨਾਲ ਸ਼ੰਕਾ ਨਹੀਂ ਕੀਤੀ, ਵਹਿਮ ਨਹੀਂ ਕੀਤਾ, ਭਰਮ ਨਹੀਂ ਕੀਤਾ। ਪਤਾ ਨਹੀਂ ਬਰਕਤ ਮਿਲਣੀ ਕਿ ਨਹੀਂ, ਪਤਾ ਨਹੀਂ ਉਹ ਹੈਗਾ ਕਿ ਨਹੀਂ, ਪਤਾ ਨਹੀਂ ਉਹ ਕੋ ਸੁਣਦਾ ਕਿ ਨਹੀਂ। ਸ਼ੰਕਾ ਨੂੰ ਖਤਮ ਕੀਤਾ। ਜਦੋਂ ਸ਼ੰਕਾ ਖਤਮ ਹੋਣੀ ਆ ਉਦੋਂ ਹੀ ਵਿਸ਼ਵਾਸ ਹੋਣਾ ਆ। ਸਦਰਕ, ਮੇਸ਼ਕ ਤੇ ਅਬਦਨਗੋ ਦੇ ਕੋਲ ਐਡੀ ਤਕੜੀ ਪ੍ਰਤੀਤ ਸੀ। ਕੀ ਕਹਿੰਦੇ? ਰਾਜਨ, ਜਿਹਦੀ ਅਸੀਂ ਸੇਵਾ, ਬੰਦਗੀ, ਭਗਤੀ ਕਰਦੇ ਹਾਂ, ਸਾਡਾ ਪਰਮੇਸ਼ਰ ਤੇਰੀ ਬਲਦੀ ਅੱਗ ਦੀ ਭੱਠੀ ਚੋਂ ਸਾਨੂੰ ਬਚਾਉਣ ਦੀ ਤਾਕਤ ਸਿੱਟ ਦੇ। ਵਿਰੋਧ ਵਿੱਚ ਆ ਕੇ ਭੱਠੀ ਦਾ ਤਾਪ 7 ਗੁਣਾ ਜ਼ਿਆਦਾ ਕਰ ਦਿੱਤਾ। ਕਹਿੰਦੇ ਸਿੱਟ ਦੇ, ਸਾਡਾ ਪਰਮੇਸ਼ਰ ਤੇਰੀ ਬਲਦੀ ਅੱਗ ਦੀ ਭੱਠੀ ਚੋਂ ਸਾਨੂੰ ਬਚਾਉਣ ਦੀ ਤਾਕਤ ਰੱਖਦਾ। ਜੇ ਸਾਡੇ ਸਿਰਜਣਹਾਰੇ 'ਚ, ਸਾਡੇ ਪਰਮੇਸ਼ਰ 'ਚ ਤਾਕਤ ਹੋਵੇਗੀ ਤੇ ਸਾਨੂੰ ਬਚਾ ਲਊਗਾ। ਛੱਡ ਦੇ, ਤੂੰ ਆਪਣਾ ਕੰਮ ਕਰ। ਤੇ ਜਿਹਦੀ ਅਸੀਂ ਬੰਦਗੀ ਭਗਤੀ ਕਰਦੇ ਹਾਂ ਉਹ ਪਰਮੇਸ਼ਰ ਆਪਣਾ ਕੰਮ ਕਰਕੇ ਦਿਖਾਓ। ਸਾਰੀਆਂ ਵਸਤਾਂ ਮਿਲ ਕੇ ਭਲਾਈ ਉਤਪੰਨ ਕਰ। ਅੱਜ ਇਹਨਾਂ ਨਵੀਆਂ ਦੇ, ਇਹਨਾਂ ਰੱਬ ਦੇ ਬੰਦਿਆਂ ਦਾ ਜਦੋਂ ਇਹ ਇਤਿਹਾਸ ਪੜ੍ਹਦੇ ਹਾਂ, ਸਾਡੇ ਕਮਜ਼ੋਰ ਵਿਸ਼ਵਾਸ ਦੇ ਵਿੱਚ ਤਾਕਤ ਆ ਜਾਂਦੀ ਹੈ। ਜਿਨ੍ਹਾਂ ਕੋ ਔਲਾਦ ਦੀ ਆਸ਼ੀਸ਼ ਨਹੀਂ, ਅਬਰਾਹਮ ਦਾ ਇਤਿਹਾਸ ਪੜ੍ਹਿਆ ਜਾਂਦਾ, ਵਿਸ਼ਵਾਸ ਆ ਜਾਂਦਾ ਕਿ ਜੇ ਖੁਦਾ ਅਬਰਾਹਮ ਨੂੰ 25ਵੇਂ ਸਾਲ ਪੁੱਤਰ ਦੇ ਸਕਦਾ, ਮੇਰੀ ਸ਼ਾਦੀ ਨੂੰ ਤਾਂ ਹਜੇ 10 ਸਾਲ ਹੀ ਹੋਏ ਆ, ਮੇਰੀ ਸ਼ਾਦੀ ਨੂੰ ਤਾਂ ਹਜੇ 15 ਹੀ ਹੋਏ ਆ। ਜੇ 25ਵੇਂ ਸਾਲ ਉਹਨੂੰ ਦੇ ਸਕਦਾ ਤੇ ਖੁਦਾ ਜ਼ਰੂਰ ਸਾਨੂੰ ਵੀ ਬਰਕਤ ਕਿਤੇ ਨਾ ਕਿਤੇ ਇਹਨਾਂ ਜ਼ਿੰਦਗੀਆਂ ਦੇ ਦੁਆਰਾ ਕੀਤੇ ਖੁਦਾ ਦੇ ਕੰਮ ਸਾਡੇ ਵਿਸ਼ਵਾਸ ਨੂੰ ਤਕੜਾ ਕਰ। ਲਿਖੇ ਹੀ ਸਾਡੇ ਲਈ ਗਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਜ਼ਿੰਦਗੀਆਂ ਦੇ ਦੁਆਰਾ ਖੁਦਾ ਦੀ ਕਿਰਪਾ ਨੂੰ ਪ੍ਰਾਪਤ ਕਰਨ। ਦਿਸ਼ਾ ਨਿਰਦੇਸ਼ਕ ਹੈ। ਪੜ੍ਹੀਏ ਰੋਮੀਆਂ ਦੀ ਪੱਤਰੀ 4 ਅਧਿਆਏ ਉਹਦੀ 20 ਹੈ। ਪਰੰਤੂ ਪਰਮੇਸ਼ਰ ਦੇ ਬਚਨ ਦੀ ਬਲੋਂ, ਪਰਮੇਸ਼ਰ ਦੇ ਵਚਨ ਦੀ ਵੱਲੋਂ ਉਹਨੇ ਬੇਪ੍ਰਤੀਤ ਨਾਲ ਸ਼ੰਕਾ ਨਾ ਕੀਤੀ। ਬੇਪ੍ਰਤੀਤੀ ਨਾਲ ਸ਼ੰਕਾ ਨਹੀਂ ਕੀਤੀ।
ਸਗੋਂ ਨਿਸ਼ਚੈ ਵਿੱਚ ਤਕੜਿਆਂ ਹੋ ਕੇ ਹਾਂ, ਨਿਸ਼ਚਾ ਵਿੱਚ ਤਕੜਿਆਂ ਹੋ ਕੇ ਉਹਨੇ ਪਰਮੇਸ਼ਰ ਦੀ ਵਡਿਆਈ ਕੀਤੀ ਪਰਮੇਸ਼ਰ ਦੀ ਵਡਿਆਈ ਕੀਤੀ। ਅਤੇ ਉਹਨੂੰ ਪੱਕੀ ਨਿਸ਼ਚਾ ਸੀ। ਹਾਂ, ਕਿਹੜੀ ਨਿਸ਼ਚਾ ਸੀ? ਕੱਚੀ ਨਹੀਂ, ਪੱਕੀ, ਪਿੱਲੀ ਵੀ ਨਹੀਂ, ਅੱਬਲ ਦਰਜੇ ਦੀ ਨਿਸ਼ਚਾ ਸੀ। ਅੱਬਲ ਦਰਜੇ ਦੀ ਨਿਸ਼ਚਾ ਦੇ ਲਈ 25 ਸਾਲ ਜ਼ਰੂਰ ਲੱਗ ਗਏ। ਭੱਠੇ ਚੋਂ ਇੱਟਾਂ ਕਈ ਤਰ੍ਹਾਂ ਦੀਆਂ ਨਿਕਲਦੀਆਂ, ਤਿੜਕ ਨਿਕਲਦੀ ਆ, ਦੁਆਮ ਨਿਕਲਦੀ ਆ, ਪਿੱਲੀ ਨਿਕਲਦੀ ਹੈ, ਅੱਬਲ ਨਿਕਲਦੀ ਆ, ਜਿਹਦੀ ਕੀਮਤ ਸਭ ਤੋਂ 1 ਨੰਬਰ ਤੇ ਪੈਂਦੀ ਹੈ। ਜਿਹਦੇ ਸਹਿਜ 'ਚ ਕੋਈ ਫਰਕ ਨਹੀਂ ਹੁੰਦਾ ਤਾਂ ਜਿਹਨੂੰ ਸੇਕ ਵੀ ਸਹੀ ਲੱਗਦਾ ਹੈ ਉਹਨੂੰ ਕਹਿੰਦੇ ਅੱਬਲ। 3-4 ਤਰ੍ਹਾਂ ਦੀਆਂ ਨਿਕਲਦੀਆਂ ਪਰ ਕੁਆਲਿਟੀ ਵਾਲੀ ਅੱਬਲ ਹੈ। ਇੱਦਾਂ ਦੀ ਨਿਸ਼ਚਾ ਇੱਕ ਬਲੀਵਰ ਦੇ ਅੰਦਰ ਸਿਰਜਣਹਾਰਾ ਦੇਖਣਾ ਚਾਹੁੰਦਾ। ਸਥਿਤੀ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ ਪਰ ਸਾਡੀ ਦ੍ਰਿਸ਼ਟੀ ਇੱਕੋ ਹੀ ਹੋਣੀ ਚਾਹੀਦੀ, ਆਤਮਕ, ਕਿਉਂਕਿ ਅਸੀਂ ਆਤਮਕ ਹਾਂ। ਖੁਦਾ ਦਾ ਭੇਦ ਉਹਦੇ ਡਰ ਮੰਨਣ ਵਾਲਿਆਂ ਲਈ ਹੈ। ਜਿਹੜੇ ਉਹਦੇ ਨਾਲ ਪ੍ਰੇਮ ਰੱਖਦੇ ਆ, ਸਾਰੀਆਂ ਵਸਤਾਂ ਮਿਲ ਕੇ ਉਹਨਾਂ ਦਾ ਕੀ ਕਰਦੀਆਂ? ਭਲਾ ਕਰ, ਹਾਨੀ ਨਹੀਂ। ਇਹ ਭਲਾ ਹੀ ਕੀਤਾ ਹੈ। ਜੇ ਸਾਡੀ ਜ਼ਿੰਦਗੀ 'ਚ ਕੋਈ ਪ੍ਰੋਬਲਮ ਆਈ ਤੇ ਅਸੀਂ ਰੱਬ ਦੀ ਹਜ਼ੂਰੀ 'ਚ, ਨਹੀਂ ਤਾਂ ਆਪਾਂ ਰੱਬ ਦੀ ਹਜ਼ੂਰੀ 'ਚ ਨਹੀਂ ਹੋਣਾ ਸੀ, ਦੁਨੀਆ 'ਚ ਹੀ ਹੋਣਾ ਸੀ ਮਸਤ। ਦੁੱਖ ਸਰੀਰ 'ਚ ਆਇਆ ਪਰ ਜ਼ਿੰਦਗੀ ਦਾ ਰਾਜ ਮਿਲਿਆ। ਇਸ ਲਈ ਪਰਮੇਸ਼ਰ ਦੇ ਕੰਮ ਕਰਨ ਦੇ ਤਰੀਕੇ ਨੂੰ ਸਾਡੇ ਲਈ ਸਮਝਣਾ ਬੜਾ ਜ਼ਰੂਰੀ ਹੈ। ਪੜ੍ਹੀਏ। ਉਹਨੂੰ ਪੱਕੀ ਨਿਸ਼ਚਾ ਸੀ। ਹਾਂਜੀ, ਅਤੇ ਉਹਨੂੰ ਪੱਕੀ ਨਿਸ਼ਚਾ ਸੀ ਵੀ ਜਿਹਦਾ ਉਹਨੇ ਵਚਨ ਦਿੱਤਾ ਉਸ ਦੇ ਪੂਰੀਆਂ ਕਰਨ ਨੂੰ ਵੀ ਸਮਰੱਥ ਹੈ। ਜਿਹੜਾ ਪਰਮੇਸ਼ਰ ਨੇ ਵਚਨ ਦਿੱਤਾ ਆ ਪੂਰੀਆਂ ਕਰਨ ਨੂੰ ਕੀ ਹੈ? ਉਹ ਸ਼ਕਤੀਸ਼ਾਲੀ ਹੈ, ਜੋ ਵਚਨ ਨੂੰ ਪੂਰੀਆਂ ਵੀ ਕਰੂਗਾ। ਜਿਹਨੇ ਸਾਨੂੰ ਚੁਣਿਆ, ਜਿਹਨੇ ਸਾਨੂੰ ਸੱਦਿਆ, ਜਿਹਨੇ ਸਾਨੂੰ ਬੁਲਾਇਆ ਆ, ਉਹ ਸਾਨੂੰ ਆਪਣੀਆਂ ਰਹਿਮਤਾਂ ਦੇ ਨਾਲ ਵੀ ਭਰੂਗਾ। ਉਹ ਸਾਨੂੰ ਅਧੂਰਾ ਨਹੀਂ ਛੱਡੂਗਾ, ਉਹ ਸਾਨੂੰ ਇਕੱਲੇ ਨਹੀਂ ਛੱਡੂਗਾ, ਉਹ ਸਾਨੂੰ ਅਨਾਥ ਨਹੀਂ ਛੱਡੂਗਾ, ਬਲਕਿ ਉਹਨੇ ਜਿਹੜੀ ਸਾਡੇ ਨਾਲ ਹਮੇਸ਼ਾ ਦੀ ਜ਼ਿੰਦਗੀ ਦੀ ਪ੍ਰਤਿੱਗਿਆ ਕੀਤੀ ਹੈ ਉਹਦੇ ਸਾਨੂੰ ਹੱਕਦਾਰ ਬਣਾਵੇਗਾ। ਇਸ ਲਈ ਕਿਸੇ ਤਰ੍ਹਾਂ ਦੀ ਸਥਿਤੀ, ਕਿਸੇ ਤਰ੍ਹਾਂ ਦੇ ਹਾਲਾਤ ਆਉਂਦੇ ਆ, ਪਰ ਉਹਨਾਂ ਸਾਰੇ ਹਾਲਾਤਾਂ ਦੇ ਵਿੱਚ ਸਾਡੇ ਲਈ ਖੜੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਗੁਲਾਬ ਦੇ ਫੁੱਲਾਂ ਤੱਕ ਜੇ ਤੁਸੀਂ ਪਹੁੰਚਣਾ ਆ ਤੇ ਤੁਹਾਨੂੰ ਕੰਡਿਆਂ ਵਿੱਚ ਦੀ ਗੁਜ਼ਰਨਾ ਪੈਣਾ। ਕਿਸੇ ਖਾਸ ਉਦੇਸ਼ ਦੇ ਲਈ ਕੁਦਰਤ ਨੇ ਗੁਲਾਬ ਦੇ ਫੁੱਲਾਂ ਦੇ ਨਾਲ ਕੰਡੇ ਲਾਏ ਆ। ਵੀ ਐਵੇਂ ਨਹੀਂ ਜਿਹੜਾ ਮਰਜ਼ੀ ਤੋੜੀ ਜਾਵੇ। ਪਹਿਲਾਂ ਇਹ ਜ਼ਰੂਰ ਆਊਗਾ ਵੀ ਕੰਡੇ ਵੀ ਹੈ। ਪਹਿਲਾਂ ਇਹ ਜ਼ਰੂਰ ਪਤਾ ਹੋਊਗਾ ਵੀ ਗੁਲਾਬ ਦੇ ਫੁੱਲ ਨੂੰ ਤੋੜਨਾ ਆ ਤੇ ਕੰਡਿਆਂ ਵਿੱਚ ਦੀ ਹੋ ਕੇ ਜਾਣਾ ਪੈਣਾ। ਕਿਸੇ ਖਾਸ ਉਦੇਸ਼ ਦੇ ਲਈ ਕੰਡੇ ਲੱਗੇ ਹੋਏ ਨੇ। ਇਸ ਲਈ ਕਲਾਮ ਚ ਤਮੋਥੀਅਸ ਦੇ ਵਚਨ ਚ ਲਿਖਿਆ, ਜਿਹੜੇ ਭਗਤੀ ਦੇ ਨਾਲ ਉਮਰ ਕੱਟਣੀ ਚਾਹੁੰਦੇ ਆ ਉਹ ਸਤਾਏ ਜਾਣਗੇ, ਤਰ੍ਹਾਂ ਤਰ੍ਹਾਂ ਦੀਆਂ ਸਥਿਤੀਆਂ ਵਿੱਚ ਦੀ ਗੁਜ਼ਰਨਗੇ, ਪਰ ਉਹਨਾਂ ਦੀ ਦ੍ਰਿਸ਼ਟੀ ਜਿਹੜੀ ਆ ਹਮੇਸ਼ਾ ਹੀ ਆਤਮਕ ਹੋਣੀ ਚਾਹੀਦੀ ਹੈ। ਤਾਲੀ ਮਾਰੀਏ ਜ਼ੋਰ ਦੇ ਨਾਲ। ਅੱਜ ਮੈਂ ਪ੍ਰਚਾਰ ਕਰਦਾ ਆ ਡੂਮਣੇ ਦੇ
ਜੇ ਤੋਂ ਸ਼ਹਿਦ ਬਣਦਾ ਹੈ, ਜੇ ਸ਼ਹਿਦ ਵਿੱਚ ਕੁਆਲਿਟੀ ਹੈ ਨਾ, ਜਿਹੜਾ ਡੂਮਣਾ ਬਣਾਉਂਦਾ, ਮੋਟੀਆਂ ਮੱਖੀਆਂ ਬਣਾਉਂਦੀਆਂ, ਜੇ ਉਹ ਸ਼ਹਿਦ ਬਣਾਉਣ ਦੀ ਤਾਕਤ ਰੱਖਦੀਆਂ ਤੇ ਉਹਨਾਂ ਦੇ ਕੋਲ ਖਤਰਨਾਕ ਡੰਗ ਵੀ ਹੈ। ਇਹ ਨਹੀਂ ਵੀ ਤੇਰੇ ਮੇਰੇ ਵਰਗਾ ਉੱਦੇ ਉਹਨਾਂ ਦਾ ਖੱਗਾ ਜਿਹਾ ਤੋੜ ਕੇ ਤਾਂ ਸ਼ਹਿਦ ਖਾਣ ਲੱਗ ਪਏ। ਸਾਰੇ ਨਹੀਂ ਖਾ ਸਕਦੇ। ਜੇ ਸ਼ਹਿਦ ਹੈ ਨਾ ਉਹਨਾਂ ਦੇ ਕੋਲ, ਜੇ ਖਤਰਨਾਕ ਡੰਗ ਵੀ। ਜੇ ਜ਼ਿੰਦਗੀ ਦਾ ਰਸਤਾ ਮਿਲਿਆ ਤਾਂ ਪਹਿਲਾਂ ਮੌਤ ਵਰਗੇ ਹਾਲਾਤਾਂ ਵਿੱਚ ਹੀ ਗੁਜ਼ਰਨਾ ਪਿਆ, ਫਿਰ ਜਾ ਕੇ ਜੀਵਨ ਦਾ ਰਸਤਾ ਮਿਲਿਆ। ਪਤਾ ਨਹੀਂ ਉਦੋਂ ਮੇਰੇ ਮੱਖੀਆਂ ਕਿੰਨੀਆਂ ਲੜੀਆਂ, ਕੋਈ ਸਿਸਟਮ ਨਹੀਂ ਸੀ, ਕੋਈ ਹਿਸਾਬ ਕਿਤਾਬ ਨਹੀਂ ਸੀ। ਇੰਨੀਆਂ ਮੱਖੀਆਂ ਜਿਹੜੇ ਲੜ ਜਾਣ ਉਹ ਬੰਦਾ ਬਚਦਾ ਨਹੀਂ। ਪਰ ਇਹ ਸਿਰਜਣਹਾਰੇ ਦੀ ਕਿਰਪਾ ਆ ਕਿ ਉਹਨੇ ਆਪਣੀ ਗਵਾਹੀ ਨੂੰ ਕਾਇਮ ਰੱਖਣਾ ਸੀ। ਪਹਿਲਾਂ ਮੌਤ, ਫਿਰ ਜ਼ਿੰਦਗੀ ਦਾ ਅਹਿਸਾਸ ਹੋਇਆ। ਮੱਖੀਆਂ ਦੇ ਕੋਲ ਮੌਤ ਵੀ ਹੈ ਤਾਂ ਫਿਰ ਸ਼ਹਿਦ ਵੀ ਹੈ, ਜਿਹਦੀ ਤੁਲਨਾ ਦਾਊਦ ਨੇ ਕਲਾਮ ਦੇ ਨਾਲ ਕੀਤੀ ਹੈ। ਤੇਰਾ ਵਚਨ ਮੇਰੇ ਤਾਲੂ ਨੂੰ ਸ਼ਹਿਦ ਨਾਲੋਂ ਵੀ ਜ਼ਿਆਦਾ ਮਿੱਠਾ। ਜੇ ਕੋਈ ਮਿੱਠੀ ਚੀਜ਼ ਹੈਗੀ ਹੈ, ਕੁਦਰਤ ਦੀ ਬਣਾਈ ਹੋਈ, ਬੰਦਿਆਂ ਦੀ ਨਹੀਂ, ਲਵਲੀ ਸਵੀਟ ਸ਼ੌਪ ਦੀ ਨਹੀਂ ਗੱਲ ਕੁਦਰਤ ਦੀ ਹੈ। ਜੇ ਕੋਈ ਮਠਿਆਈ ਬਣਾਈ ਹੈ ਨਾ ਕੁਦਰਤ ਨੇ, ਕਿ ਉਹ ਸ਼ਹਿਦ। ਤੇਰਾ ਵਚਨ ਮੇਰੇ ਤਾਲੂ ਨੂੰ ਸ਼ਹਿਦ ਨਾਲੋਂ ਵੀ ਜ਼ਿਆਦਾ ਮਿੱਠਾ। ਤੇ ਹੁਣ ਸ਼ਹਿਦ ਕੌਣ ਬਣਾਉਂਦਾ? ਮੱਖੀਆਂ ਬਣਾਉਂਦੀਆਂ। ਇੱਕ ਪਾਸੇ ਉਹਨਾਂ ਦੇ ਕੋਲ ਮੌਤ ਹੈ, ਦੂਜੇ ਪਾਸੇ ਉਹਨਾਂ ਦੇ ਕੋਲ ਟੇਸਟੀ ਮਠਿਆਈ ਵੀ। ਪਰ ਮਠਿਆਈ ਤਾਂ ਉਹੀ ਖਾਓ ਜਿਹੜਾ ਡੰਗ ਖਾਣ ਦੀ ਹਿੰਮਤ ਰੱਖਦਾ। ਤੇ ਜਿਹੜਾ ਡਰਦਾ ਮੱਖੀਆਂ ਦੇ ਲਾਗੇ ਨਹੀਂ ਜਾਂਦਾ ਤਾਂ ਫਿਰ ਸ਼ਹਿਦ ਕਿੱਥੋਂ ਖਾਊਗਾ? ਸਾਰੀਆਂ ਵਸਤਾਂ ਮਿਲ ਕੇ ਭਲਾ ਕਰਦੀਆਂ ਉਹਨਾਂ ਦਾ ਜਿਹੜੇ ਸਿਰਜਣਹਾਰੇ ਨਾਲ ਪ੍ਰੇਮ ਰੱਖਦੇ। ਇਸ ਲਈ ਦ੍ਰਿਸ਼ਟੀ ਨਹੀਂ ਚੇਂਜ ਹੋਣੀ ਚਾਹੀਦੀ, ਦੇਖਣ ਦਾ ਨਜ਼ਰੀਆ ਨਹੀਂ ਚੇਂਜ ਹੋਣਾ ਚਾਹੀਦਾ ਤੁਹਾਡਾ, ਖੁਦਾ ਦੇ ਕੰਮ ਕਰਨ ਦੇ ਤਰੀਕੇ। ਜੇ ਨਜ਼ਰੀਆ ਚੇਂਜ ਨਾ ਹੋਇਆ ਤੇ ਤੁਸੀਂ ਮੰਜ਼ਿਲ ਤੇ ਹੋ, ਜੇ ਨਜ਼ਰੀਆ ਚੇਂਜ ਹੋ ਗਿਆ ਤੇ ਮੰਜ਼ਿਲ ਤੋਂ ਭਟਕ ਗਏ। ਤੇ ਜੇ ਮੰਜ਼ਿਲ ਤੋਂ ਭਟਕ ਗਏ ਫਿਰ ਗੱਲ ਗਈ ਹੈ। ਇਹ ਗੱਲ ਉਹੀ ਹੈ ਜਿਹੜੀ ਮੈਂ ਪਹਿਲਾਂ ਦੱਸੀ ਸੀ, ਅਯਾੜੂ ਪੁੱਤਰ ਵਾਲੀ ਹਾਲੀ। ਮੁੜ ਕੇ ਸਮਾਂ ਪਾ ਕੇ ਘੁੰਮ ਘੁਮਾ ਕੇ ਸਾਰਾ ਕੁਛ ਗਵਾ ਗੂ ਕੇ ਫਿਰ ਉੱਥੇ ਆਉਣਾ ਪੈਣਾ। ਉਦੋਂ ਤੱਕ ਪਤਾ ਨਹੀਂ ਜ਼ਿੰਦਗੀ ਰਹਿਣੀ ਕਿ ਨਹੀਂ ਰਹਿਣੀ। ਇਸ ਲਈ ਅਤੀ ਜ਼ਿਆਦਾ ਜ਼ਰੂਰੀ ਹੈ ਕਿ ਹਰ ਸਥਿਤੀ 'ਚ ਅਸੀਂ ਸਿਰਜਣਹਾਰੇ ਨਾਲ ਜੁੜੇ ਰਹੀਏ। ਸਥਿਤੀ ਘਾਟੇ ਵਾਲੀ, ਪਰੇਸ਼ਾਨੀ ਵਾਲੀ, ਦੁੱਖ ਵਾਲੀ, ਸਮੱਸਿਆ ਵਾਲੀ ਹੈ, ਪਰ ਆਤਮਕ ਹੋ ਤੁਸੀਂ ਆਤਮਕ ਦ੍ਰਿਸ਼ਟੀ ਨਾਲ ਦੇਖੀਏ। ਜੇ ਹੁਣ ਰਾਤ ਹੈ ਤਾਂ ਦਿਨ ਵੀ ਜ਼ਰੂਰ ਚੜ੍ਹੇਗਾ। ਜੇ ਦੁੱਖ ਆ ਤੇ ਸੁੱਖ ਵੀ ਜ਼ਰੂਰ ਆਊਗਾ। ਜੇ ਘਾਟਾ ਆ ਤੇ ਵਾਧਾ ਵੀ ਜ਼ਰੂਰ ਹੋ, ਕਿਉਂਕਿ ਉਹਦੀ ਪ੍ਰਤਿਗਿਆ ਆ ਕਿ ਮੈਂ ਤੁਹਾਨੂੰ ਅਨਾਥ ਵੇਖੋ ਯੁੱਗਾਂ ਦੇ ਅੰਤ ਤੀਕਰ ਹਰ ਵੇਲੇ ਮੈਂ ਤੁਹਾਡੇ ਨਾਲ। ਕੋਈ ਨਹੀਂ ਰਹਿਣ ਵਾਲਾ। ਗੁਰੂ ਕਹਿੰਦਾ ਮੈਂ ਤੁਹਾਡੇ ਨਾਲ ਆ, ਤੁਹਾਨੂੰ ਛੱਡਾਂਗਾ ਨਹੀਂ। ਇਸ ਲਈ ਸਥਿਤੀ ਕਿੱਦਾਂ ਦੀ ਵੀ ਹੋਵੇ, ਹਾਲਾਤ ਕਿੱਦਾਂ ਦੇ ਵੀ ਹੋਣ, ਪਰ ਸਾਡੇ ਲਈ ਜ਼ਰੂਰੀ ਆ ਕਿ ਅਸੀਂ ਖੁਦਾ ਦੇ ਵਚਨ ਦੇ ਵਿੱਚ ਬਣੇ ਰਹੀਏ। ਸਾਰੀਆਂ ਸਥਿਤੀਆਂ 'ਚ, ਸਾਰੇ ਹਾਲਾਤਾਂ 'ਚ।
ਸਰੀਰ 'ਚ ਪ੍ਰੋਬਲਮ ਆ ਗਈ ਹੈ, ਖੁਦਾ ਨੇ ਹਮੇਸ਼ਾ ਦੀ ਜ਼ਿੰਦਗੀ ਦਾ ਆਤਮਿਕ ਸੰਸਾਰ ਦਾ ਤੁਹਾਨੂੰ ਗਿਆਨ ਦੇਣਾ ਹੈ। ਉਹਨੇ ਤੁਹਾਨੂੰ ਬਰਕਤ ਦੇਣੀ ਹੈ, ਜੀਵਨ ਦਾ ਭੇਤ ਦੇਣਾ ਹੈ। ਕਿਸੇ ਤਰ੍ਹਾਂ ਕੋਈ ਘਾਟੇ ਜਾਂ ਗੱਲ ਲੱਗਦੀ ਹੈ, ਉਹਨੇ ਤੁਹਾਨੂੰ ਬਰਕਤ ਦੇਣੀ ਹੈ। ਤੁਹਾਡੇ ਕੋਲ ਮੋਟਰਸਾਈਕਲ ਹੈ, ਪੁਰਾਣਾ ਪੈ ਗਿਆ ਆ, ਖਰਾਬ ਕਰਦਾ ਆ, ਖਿਜੋ ਨਾ, ਪਰੇਸ਼ਾਨ ਨਾ ਹੋਵੋ, ਘਰਦਿਆਂ ਨੂੰ ਨਾ ਬੁਰਾ ਕਹੋ, ਜਿਨ੍ਹਾਂ ਨਾਲ ਰਿਸ਼ਤੇਦਾਰੀ ਤਾਲਮੇਲ ਆ ਉਹਨਾਂ ਨੂੰ ਨਾ ਕਰੋ ਸਾਡੀ ਕੋਈ ਮਦਦ ਨਹੀਂ ਕਰਦਾ। ਜੇ ਮੋਟਰਸਾਈਕਲ ਪੁਰਾਣਾ ਪੈ ਗਿਆ ਤੇ ਸਮਝ ਲਓ ਕਿ ਖੁਦਾ ਮੈਨੂੰ ਆਉਣ ਵਾਲੇ ਸਮੇਂ 'ਚ ਇਸ ਤੋਂ ਵੀ ਵਧੀਆ ਕੋਈ ਨਵੀਂ ਬਰਕਤ ਦੇਣ ਲਈ ਜਾ ਰਿਹਾ ਹੈ। ਛੋਟੀਆਂ ਗੱਲਾਂ 'ਚ ਤੁਹਾਡੀ ਕਮੀਜ਼ ਫਟ ਗਈ ਆ, ਘਬਰਾਓ ਨਾ, ਤੁਹਾਨੂੰ ਉਸ ਤੋਂ ਵਧੀਆ ਮਿਲਣੀ, ਨਵੀਂ ਮਿਲਣੀ। ਤੁਹਾਡੇ ਸੂਟਾਂ ਦੀ ਪ੍ਰੋਬਲਮ ਆ ਗਈ ਆ, ਘਬਰਾਓ ਨਾ, ਵਧੀਆ ਮਿਲਣੀ ਹੈ। ਹਰ ਪੱਖ ਤੋਂ ਜੇ ਤੁਹਾਡੇ ਸਰੀਰ 'ਚ ਪ੍ਰੋਬਲਮ ਆ ਗਈ ਤੇ ਤੁਹਾਡੇ ਲਈ ਸਵਰਗ ਦਾ ਦੁਆਰ ਖੁੱਲ੍ਹ ਗਿਆ, ਤੇ ਬਾਕੀ ਗੱਲਾਂ ਤਾਂ ਤੁਸੀਂ ਆਪੇ ਸਮਝ ਕੇ ਦੇਖ ਲਓ। ਤੁਹਾਡੇ ਸਰੀਰ 'ਚ ਬਿਮਾਰੀ ਆਈ, ਸਵਰਗ ਦਾ ਦੁਆਰ ਖੁੱਲ੍ਹ ਗਿਆ, ਯਿਸੂ ਮਸੀਹ ਦਾ ਨਾਮ ਮਿਲ ਗਿਆ, ਮੁਕਤੀ ਦਾਤਾ ਨੇ ਰਹਿਮਤ ਕਰ ਦਿੱਤੀ, ਸਵਰਗ ਦਾ ਦੁਆਰ ਖੁੱਲ੍ਹ ਗਿਆ ਤੁਹਾਡੇ ਲਈ। ਬਾਕੀ ਗੱਲਾਂ ਤਾਂ ਬਹੁਤ ਲਾਗੇ ਦੀਆਂ ਆ, ਪਰ ਜ਼ਰੂਰੀ ਹੈ ਕਿ ਤੁਹਾਡੇ ਗੱਲ ਨੂੰ ਤੇ ਹਾਲਾਤ ਨੂੰ ਸਮਝਣ ਤੇ ਦੇਖਣ ਦਾ ਨਜ਼ਰੀਆ ਓਨਲੀ ਪਰਮੇਸ਼ਰ ਦਾ ਵਚਨ ਹੋਣਾ ਚਾਹੀਦਾ। ਇਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ ਨੈਗੇਟਿਵ। ਮਰੇ ਤਾਂ ਮਿਸਰੀ, ਇਜ਼ਰਾਈਲੀਆਂ ਦਾ ਤਾਂ ਨੁਕਸਾਨ ਹੀ ਨਹੀਂ ਹੋਇਆ, ਪਰ ਜਦੋਂ ਲਾਲ ਸਮੁੰਦਰ ਕੋਲ ਆ ਗਏ ਉਹ ਆਪੇ ਕਹੀ ਜਾਂਦੇ ਤੁਹਾਨੂੰ ਇੱਥੇ ਮਾਰਨ ਲਈ ਲਿਆ। ਉਹਨੇ ਉੱਥੇ ਤਾਂ ਮਰਨ ਨਹੀਂ ਦਿੱਤੇ, ਤੇ ਜਦੋਂ ਕੱਢ ਕੇ ਲੈ ਆਇਆ ਉਦੋਂ ਮਰਨ ਦੇਵੇਗਾ। ਉਹ ਤਾਂ ਕਨਾਨ ਦੀ ਧਰਤੀ ਤੇ ਵਾਅਦੇ ਵਾਲੀ ਧਰਤੀ ਤੇ ਪਹੁੰਚਾਊਗਾ, ਜਿੱਥੇ ਦੀ ਪ੍ਰਤਿਗਿਆ ਕਿ ਦੁੱਧ ਤੇ ਸ਼ਹਿਦ ਦੀਆਂ ਜਿੱਥੇ ਨਦੀਆਂ ਵਗਦੀਆਂ। ਤਾਲੀ ਮਾਰੀਏ ਜ਼ੋਰ ਦੇ ਨਾਲ। ਖੁਸ਼ਹਾਲ ਜ਼ਿੰਦਗੀ, ਆਨੰਦ ਸ਼ਾਂਤੀ ਦੇ ਨਾਲ ਭਰੀ ਜ਼ਿੰਦਗੀ, ਹਮੇਸ਼ਾ ਦੀ ਜ਼ਿੰਦਗੀ, ਸਦੀਪਕ ਜੀਵਨ, ਜਿਹਦੇ ਲਈ ਪ੍ਰਭੂ ਯਿਸੂ ਮਸੀਹ ਨੇ ਆਪਣੇ ਜੀਵਨ ਦੀ ਕੁਰਬਾਨੀ ਦਿੱਤੀ ਹੈ। ਇੱਥੇ ਜ਼ਰੂਰ ਸਰੀਰ 'ਚ ਰਹਿੰਦੇ ਹਾਂ, ਥੋੜ੍ਹਾ ਜਿਹਾ ਕਸ਼ਟ ਹੈ, ਪਰ ਅੱਗੇ ਜਿਹੜਾ ਆਨੰਦ ਮਿਲਣ ਵਾਲਾ ਆ, ਅੱਗੇ ਜਿਹੜੀ ਜ਼ਿੰਦਗੀ ਮਿਲਣ ਵਾਲੀ ਹੈ, ਬਹੁਤ ਵੱਡੀ ਗੱਲ ਹੈ। ਇਸ ਕਈ ਹਰ ਸਥਿਤੀ 'ਚ ਸਾਡੇ ਲਈ ਬਣੇ ਰਹਿਣਾ, ਖੜੇ ਰਹਿਣਾ ਬੜਾ ਜ਼ਰੂਰੀ ਹੈ। ਵਿਸ਼ਵਾਸੀ ਉਹੀ ਹੈ ਜਿਹੜਾ ਹਰ ਸਥਿਤੀ 'ਚ ਖੜਾ ਰਹਿੰਦਾ ਤੇ ਪਰਮੇਸ਼ਰ ਦੇ ਵਚਨ ਦੇ ਪ੍ਰਤੀ ਵਫਾਦਾਰ ਹੈ, ਕਿਉਂਕਿ ਪੁਰਾਣਾ ਨੇਮ ਸਰੀਰ ਨੂੰ ਦਰਸਾਉਂਦਾ ਔਰ ਨਵਾਂ ਨੇਮ ਆਤਮਾ ਨੂੰ ਦਰਸਾਉਂਦਾ। ਇਸ ਲਈ ਜਦੋਂ ਪੁਰਾਣੇ ਨੇਮ ਦੇ ਵਿੱਚ ਕਠੋਰਤਾ ਹੀ ਸੀ ਤੇ ਪਰਮੇਸ਼ਰ ਨੇ ਪੁਰਾਣੇ ਨੂੰ ਰਿਜੈਕਟ ਕਰ ਦਿੱਤਾ ਤੇ ਨਵਾਂ ਨੇਮ ਦਿੱਤਾ, ਜਿਹਦੇ 'ਚ ਦਇਆ ਸੀ, ਰਹਿਮ ਸੀ, ਤਰਸ ਸੀ, ਹਮੇਸ਼ਾ ਦੀ ਜ਼ਿੰਦਗੀ ਸੀ। ਪੜ੍ਹੀਏ, ਧਿਆਨ ਨਾਲ ਸੁਣੀਏ। ਯਿਰਮੀਆ ਦੀ ਪੁਸਤਕ 31 ਅਧਿਆਏ 32, 33 ਤੇ 34 ਹੈ। ਉਸ ਨੇਮ ਵਾਂਗੂ ਨਹੀਂ, ਉਸ ਨੇਮ ਵਾਂਗੂ ਨਹੀਂ ਜਿਹੜਾ ਪੁਰਾਣਾ ਨੇਮ ਸੀ। ਹਾਂ, ਜਿਹੜਾ ਉਹਨਾਂ ਦੇ ਪਿਓ ਦਾਦਿਆਂ ਨਾਲ ਬੰਨਿਆ, ਜਿਹੜਾ ਪਿਓ ਦਾਦਿਆਂ ਨਾਲ ਬੰਨਿਆ। ਜਿਸ ਦਿਨ ਮੈਂ ਉਹਨਾਂ ਦਾ ਹੱਥ ਫੜਿਆ, ਜਿਸ ਦਿਨ ਮੈਂ ਉਹਨਾਂ ਦਾ ਹੱਥ ਫੜਿਆ, ਵੀ ਉਹਨਾਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਲਿਆਵਾਂ, ਉਹਨਾਂ ਨੂੰ ਮਿਸਰ ਦੀ ਗੁਲਾਮੀ ਚੋਂ ਕੱਢ ਕੇ ਬਾਹਰ ਲਿਆਵਾਂ। ਜਿਸ ਮੇਰੇ ਨੇਮ ਨੂੰ ਉਹਨਾਂ ਨੇ ਤੋੜ ਦਿੱਤਾ, ਜਿਸ ਮੇਰੇ ਨੇਮ ਨੂੰ ਉਹਨਾਂ ਨੇ ਤੋੜ ਦਿੱਤਾ। ਭਾਵੇਂ ਮੈਂ ਉਹਨਾਂ ਦਾ ਵਿਆਹੁੰਦੜ ਸਾਂ, ਭਾਵੇਂ ਮੈਂ ਉਹਨਾਂ ਦਾ ਵਿਆਹੁੰਦੜ ਸਾਂ ਕਿ ਜਿਵੇਂ ਇੱਕ ਲਾੜਾ ਦੁਲਹਨ ਨੂੰ ਵਿਆਹ ਕੇ ਲਿਆਉਂਦਾ ਹੈ, ਮੈਂ ਏਦਾਂ ਮਿਸਰ ਦੀ ਗੁਲਾਮੀ ਚੋਂ ਕੱਢ ਕੇ ਲਿਆਇਆ। ਯਹੋਵਾ ਦਾ ਵਾਕ ਹੈ। ਅੱਗੇ ਇਹ ਉਹ ਨੇਮ ਹੈ, ਇਹ ਉਹ ਨੇਮ ਹੈ ਜਿਹੜਾ ਮੈਂ ਉਹਨਾਂ ਦਿਨਾਂ ਦੇ ਪਿੱਛੋਂ, ਉਹਨਾਂ ਦਿਨਾਂ ਦੇ ਪਿੱਛੋਂ ਇਸਰਾਇਲ ਦੇ ਘਰਾਣੇ ਨਾਲ ਬੰਨਾਂਗਾ, ਆਪਣੇ ਲੋਕਾਂ ਨਾਲ ਬੰਨਾਂਗਾ। ਯਹੋਵਾ ਦਾ ਵਾਕ ਹੈ। ਪਰਮੇਸ਼ਰ ਦਾ ਵਚਨ ਹੈ। ਮੈਂ ਆਪਣੀ ਵਿਵਸਥਾ ਨੂੰ
ਮੈਂ ਆਪਣੀ ਵਿਵਸਥਾ ਨੂੰ ਉਹਨਾਂ ਦੇ ਅੰਦਰ ਰੱਖਾਂਗਾ ਉਹਨਾਂ ਦੇ ਅੰਦਰ ਰੱਖਾਂਗਾ ਅਤੇ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ। ਉਹਨਾਂ ਦੇ ਦਿਲਾਂ ਵਿੱਚ ਲਿਖਾਂਗਾ। ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰੀ ਪ੍ਰਜਾ ਹੋਣਗੇ। ਅਤੇ ਉਹ ਮੇਰੀ ਪ੍ਰਜਾ ਹੋਣਗੇ। ਉਹ ਫੇਰ ਕਦੀ ਹਰੇਕ ਆਪਣੇ ਗੁਆਂਢੀ ਨੂੰ ਹਾਂ, ਫੇਰ ਕਦੀ ਹਰੇਕ ਆਪਣੇ ਗੁਆਂਢੀ ਨੂੰ ਅਤੇ ਹਰੇਕ ਆਪਣੇ ਭਰਾ ਨੂੰ ਨਾ ਸਿਖਾਲੇਗਾ, ਆਪਣੇ ਭਰਾ ਨੂੰ ਨਾ ਸਿਖਾਵੇਗਾ, ਬਈ ਯਹੋਵਾ ਨੂੰ ਜਾਣੋ, ਪਰਮੇਸ਼ਰ ਨੂੰ ਜਾਣੋ, ਕਿਉਂ ਜੋ ਉਹ ਸਾਰਿਆਂ ਦੇ ਸਾਰੇ, ਕਿਉਂ ਜੋ ਸਾਰਿਆਂ ਦੇ ਸਾਰੇ, ਉਹਨਾਂ ਦੇ ਛੋਟੇ ਤੋਂ ਵੱਡੇ ਤੀਕ, ਛੋਟੇ ਤੋਂ ਵੱਡੇ ਤੀਕ ਮੈਨੂੰ ਜਾਣ ਲੈਣਗੇ। ਮੈਨੂੰ ਜਾਣ ਲੈਣਗੇ। ਯਹੋਵਾ ਦਾ ਵਾਕ ਹੈ, ਪਰਮੇਸ਼ਰ ਦਾ ਇਹ ਵਚਨ ਹੈ। ਕਿਉਂ ਜੋ ਮੈਂ ਉਹਨਾਂ ਦੀ ਬਦੀ ਨੂੰ ਮਾਫ ਕਰਾਂਗਾ। ਹਾਂ, ਮੈਂ ਉਹਨਾਂ ਦੀ ਬਦੀ ਨੂੰ ਕੀ ਕਰਾਂਗਾ? ਪੁਰਾਣੇ ਨਿਯਮ ਦੇ ਮੁਤਾਬਕ ਬਦੀ ਮਾਫ ਨਹੀਂ ਸੀ। ਵਚਨ ਨੂੰ ਤੋੜਨ ਦਾ ਅਪਰਾਧੀ ਤਾਂ ਠਹਿਰਾਇਆ ਜਾਂਦਾ ਸੀ, ਪਰ ਅਪਰਾਧ ਦਾ ਹੱਲ ਹੈ ਨਹੀਂ ਸੀ। ਸ਼ਰਅ ਦੋਸ਼ੀ ਤਾਂ ਠਹਿਰਾਉਂਦੀ ਹੈ, ਪਰ ਦੋਸ਼ ਦਾ ਹੱਲ ਨਹੀਂ ਕਰਦੀ ਸੀ। ਪੁਰਾਣਾ ਨਿਯਮ ਇਸ ਲਈ ਰਿਜੈਕਟ ਕਰ ਦਿੱਤਾ ਗਿਆ, ਔਰ ਪਰਮੇਸ਼ਰ ਨੇ ਆਪਣੇ ਲੋਕਾਂ ਦੇ ਲਈ ਨਵਾਂ ਨਿਯਮ ਦਇਆ, ਰਹਿਮ, ਤਰਸ, ਪ੍ਰੇਮ, ਕਿਰਪਾ ਨਾਲ ਭਰਪੂਰ, ਜੋ ਸਰੀਰ ਨੂੰ ਪ੍ਰਗਟ ਕਰਦਾ ਹੈ, ਨਵਾਂ ਨਿਯਮ ਜੋ ਆਤਮਾ ਨੂੰ ਪ੍ਰਗਟ ਕਰਦਾ ਹੈ। ਪੜ੍ਹੀਏ। ਹਾਂ, ਕਿਉਂ ਜੋ ਮੈਂ ਉਹਨਾਂ ਦੀ ਬਦੀ ਨੂੰ ਮਾਫ ਕਰਾਂਗਾ, ਮੈਂ ਉਹਨਾਂ ਦੀ ਬਦੀ ਨੂੰ ਮਾਫ ਕਰਾਂਗਾ ਅਤੇ ਉਹਨਾਂ ਦੇ ਪਾਪ ਫਿਰ ਚੇਤੇ ਨਾ ਕਰਾਂਗਾ। ਉਹਨਾਂ ਦੇ ਪਾਪ ਫਿਰ ਚੇਤੇ, ਤੂੰ ਉਹਦਾ ਨਾਂ ਯਿਸੂ ਰੱਖੀ, ਕਿਉਂ ਜੋ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾ। ਸਮੁੰਦਰ ਦੀ ਤਹਿ 'ਚ ਸੁੱਟ ਦਿਆਂਗਾ, ਜਿੰਨਾ ਚੜ੍ਹਦਾ ਲਹਿੰਦੇ ਤੋਂ ਦੂਰ ਆ ਇੰਨੇ ਦੂਰ ਕਰ ਦਿਆਂਗਾ। ਜਿਸ ਤਰ੍ਹਾਂ ਘਟਾ ਆਉਂਦੀ ਹੈ ਤੇ ਚਲੀ ਜਾਂਦੀ, ਇਸ ਤਰ੍ਹਾਂ ਮੈਂ ਉਹਨਾਂ ਦੇ ਅਪਰਾਧਾਂ ਨੂੰ ਮਿਟਾ ਦਿਆਂ। ਪੁਰਾਣੇ ਨਿਯਮ ਦੇ ਮੁਤਾਬਕ ਸ਼ਰਅ ਦੋਸ਼ੀ ਠਹਿਰਾਉਂਦੀ ਹੈ, ਪਰ ਨਵੇਂ ਨਿਯਮ ਦੇ ਮੁਤਾਬਕ ਪ੍ਰਭੂ ਯਿਸੂ ਮਸੀਹ ਦਾ ਲਹੂ ਸਾਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰਦਾ ਹੈ। ਫਿਰ ਪੜ੍ਹਦੀ ਹੈ 34 ਐਤ, ਉਹ ਫੇਰ ਕਦੀ ਹਰੇਕ ਆਪਣੇ ਗਾਂਢੀ ਨੂੰ ਅਤੇ ਹਰੇਕ ਆਪਣੇ ਭਰਾ ਨੂੰ ਨਾ ਸਿਖਲਾਏਗਾ। ਹਾਂ, ਬਈ ਯਹੋਵਾ ਨੂੰ ਜਾਣੋ। ਹਾਂ, ਕਿਉਂ ਜੋ ਉਹ ਸਾਰਿਆਂ ਦੇ ਸਾਰੇ, ਉਹਨਾਂ ਦੀ ਛੋਟੀ ਤੋਂ ਵੱਡੇ ਤੀਕ ਮੈਨੂੰ ਜਾਣ ਲੈਣਗੇ। ਹਾਂ, ਯਹੋਵਾ ਦਾ ਵਾਕ ਹੈ। ਹਾਂ, ਕਿਉਂ ਜੋ ਮੈਂ ਉਹਨਾਂ ਦੀ ਬਦੀ ਨੂੰ ਮਾਫ ਕਰਾਂਗਾ, ਮੈਂ ਉਹਨਾਂ ਦੀ ਬਦੀ ਨੂੰ ਮਾਫ ਕਰਾਂਗਾ, ਤੇ ਉਹਨਾਂ ਦੇ ਪਾਪ ਫੇਰ ਚੇਤੇ ਨਾ ਕਰਾਂਗਾ। ਹਾਲੇਲੂਇਆ। ਉਹਨਾਂ ਦੇ ਪਾਪ ਫੇਰ ਚੇਤੇ ਯਿਸੂ ਮਸੀਹ ਦੇ ਵਸੀਲੇ ਨਵੇਂ ਨਿਯਮ ਦੇ ਅਨੁਸਾਰ ਸਾਡੇ ਲਈ ਕਿਰਪਾ, ਦਇਆ ਔਰ ਮਾਫੀ ਹੈ। ਇਸ ਲਈ ਪਰਮੇਸ਼ਰ ਦਾ ਪਵਿੱਤਰ ਵਚਨ ਸਿਖਾਉਂਦਾ, ਗਲਾਤੀਆ ਦੀ ਪੱਤਰੀ ਦੇ ਵਿੱਚ ਵੀ ਜੋ ਅਸੀਂ ਪੜ੍ਹਦੇ ਹਾਂ 4 ਅਧਿਆਏ ਉਹਦੀ 22 ਐਤ ਪੜ੍ਹੀਏ। ਇਹ 2 ਨਿਯਮ ਵੱਲ ਇਸ਼ਾਰਾ ਕੀਤਾ ਗਿਆ ਹੈ। ਹਾਂਜੀ, ਕਿਉਂ ਜੋ ਲਿਖਿਆ ਹੋਇਆ ਹੈ, ਕਿਉਂ ਜੋ ਲਿਖਿਆ ਹੋਇਆ ਹੈ, ਜੋ ਅਬਰਾਹਮ ਦੇ 2 ਪੁੱਤਰ ਹੋਏ, ਅਬਰਾਹਮ ਦੇ 2 ਪੁੱਤਰ ਹੋਏ, ਇੱਕ ਗੋਲੀ ਤੋਂ, ਇੱਕ ਗੋਲੀ ਤੋਂ ਅਤੇ ਦੂਜਾ ਆਜ਼ਾਦ ਤੋਂ। ਹਾਂ, ਦੂਸਰਾ ਆਯਾਦ ਤੋਂ, ਇੱਕ ਗੋਲੀ ਤੋਂ, ਹਾਜਰਾ ਤੋਂ, ਦੂਸਰਾ ਸਾਰਾ ਤੋਂ, ਇਸਹਾਕ ਵਚਨ ਦੀ ਅੰਸ਼, ਵਚਨ ਦੀ ਸੰਤਾਨ। ਫਿਰ ਪੜ੍ਹੀਏ, ਧਿਆਨ ਨਾਲ ਸੁਣੀਏ। ਹਾਂਜੀ, ਕਿਉਂ ਜੋ ਇਹ ਲਿਖਿਆ ਹੋਇਆ ਹੈ, ਕਿਉਂ ਜੋ ਲਿਖਿਆ ਹੋਇਆ ਹੈ, ਜੋ ਅਬਰਾਹਮ ਦੇ 2 ਪੁੱਤਰ ਹੋਏ, ਅਬਰਾਹਮ ਦੇ 2 ਪੁੱਤਰ ਹੋਏ, ਇੱਕ ਗੋਲੀ ਤੋਂ, ਇੱਕ ਗੋਲੀ ਤੋਂ, ਅਤੇ ਦੂਜਾ ਆਜ਼ਾਦ ਤੋਂ, ਦੂਸਰਾ ਆਯਾਦ ਤੋਂ। ਇਹਦੀ 28 ਐਤ ਵੀ ਪੜ੍ਹੀਏ। ਹਾਂ, ਪਰ ਹੇ ਭਰਾਵੋ, ਹੇ ਭਰਾਵੋ, ਅਸੀਂ ਇਸਹਾਕ ਵਾਂਗੂ ਬਚਨ ਦੀ ਸੰਤਾਨ ਹਾਂ। ਹਾਂ, ਅਸੀਂ ਇਸਹਾਕ ਵਾਂਗੂ ਜਿਹੜਾ ਸਾਰਾ ਤੋਂ ਹੋਇਆ, ਗੋਲੀ ਤੋਂ ਨਹੀਂ। ਅਸੀਂ ਆਤਮਕ ਹੈ, ਅਸੀਂ ਵਚਨ ਦੀ ਸੰਤਾਨ ਹੈ, ਬਲੀਵਰ ਹੈ। ਪੜ੍ਹੀਏ। ਹਾਂ,
ਪਰ हे ਭਰਾਵੋ, हे ਭਰਾਵੋ, ਅਸੀਂ ਇਸਹਾਕ ਵਾਂਗੂ ਵਚਨ ਦੀ ਸੰਤਾਨ ਹਾਂ। ਇਸਹਾਕ ਵਾਂਗੂ ਵਚਨ ਦੀ ਸੰਤਾਨ ਹਾਂ। ਪਰ ਜਿਵੇਂ ਉਸ ਸਮੇਂ ਉਹ ਜਿਹੜਾ ਸਰੀਰ ਦੇ ਅਨੁਸਾਰ ਜੰਮਿਆ, ਉਹਨੂੰ ਸਤਾਉਂਦਾ ਸੀ, ਜਿਹੜਾ ਆਤਮਾ ਦੇ ਅਨੁਸਾਰ ਜੰਮਿਆ ਸੀ, ਤਿਵੇਂ ਹੁਣ ਵੀ ਹੁੰਦਾ ਹੈ। ਤਿਵੇਂ ਹੁਣ ਵੀ ਹੁੰਦਾ। ਭਾਵ ਸਰੀਰ ਤੇ ਆਤਮਾ ਦਾ ਯੁੱਧ ਹੈ। ਜਿਹੜਾ ਹਾਜਰਾ ਤੋਂ ਪੈਦਾ ਹੋਇਆ ਉਹ ਸਰੀਰ ਨੂੰ ਦਰਸਾਉਂਦਾ ਆ, ਜਿਹੜਾ ਸਾਰਾ ਤੋਂ ਪੈਦਾ ਹੋਇਆ ਵਚਨ ਨੂੰ ਦਰਸਾਉਂਦਾ ਆ। ਔਰ ਇਸੇ ਲਈ ਜਿਸ ਤਰ੍ਹਾਂ ਹਾਜਰਾ ਦਾ ਪੁੱਤਰ ਇਸਮਾਇਲ ਤੇ ਇਸਹਾਕ ਸਾਰਾ ਦਾ ਪੁੱਤਰ ਆਪਸ ਵਿੱਚ ਯੁੱਧ ਸੀ, ਇਸੇ ਤਰ੍ਹਾਂ ਕਲਾਮ 'ਚ ਲਿਖਿਆ ਹੁਣ ਵੀ ਹੈ। ਭਾਵ ਸਰੀਰ ਤੇ ਆਤਮਾ ਦਾ ਯੁੱਧ। ਇਸ ਲਈ ਅਸੀਂ ਆਤਮਕ ਹਾਂ, ਅਸੀਂ ਬਲੀਵਰ ਹਾਂ, ਅਸੀਂ ਵਿਸ਼ਵਾਸੀ ਹਾਂ ਤੇ ਸਾਡਾ ਹਰ ਸਥਿਤੀ ਨੂੰ ਦੇਖਣ ਦਾ ਨਜ਼ਰੀਆ ਵੀ ਆਤਮਕ ਹੋਣਾ ਚਾਹੀਦਾ। ਕਿਉਂਕਿ 5 ਅਧਿਆਏ ਤੁਸੀਂ ਘਰ ਜਾ ਕੇ ਪੜ੍ਹ ਸਕਦੇ ਹੋ। ਇੱਥੇ ਲਿਖਿਆ ਆਤਮਾ ਸਰੀਰ ਦੇ ਵਿਰੋਧ 'ਚ ਤੇ ਸਰੀਰ ਆਤਮਾ ਦੇ ਵਿਰੋਧ 'ਚ, ਤਾਂ ਕਿ ਜੋ ਤੁਸੀਂ ਕਰਨਾ ਚਾਹੁੰਦੇ ਹੋ, ਬਰਕਤ ਲੈਣਾ ਚਾਹੁੰਦੇ ਹੋ, ਨਾ ਲੈ ਸਕੋ। ਤੁਸੀਂ ਆਤਮਕ ਹੋ, ਤੁਸੀਂ ਬਲੀਵਰ ਹੋ, ਤੁਸੀਂ ਵਿਸ਼ਵਾਸੀ ਹੋ, ਤੁਸੀਂ ਖੁਦਾ ਦੇ ਚੁਣੇ ਹੋਏ ਹੋ। ਇਸ ਲਈ ਤੁਹਾਡੇ ਵੇਖਣ ਦਾ ਨਜ਼ਰੀਆ ਹਰ ਸਥਿਤੀ ਨੂੰ ਹਮੇਸ਼ਾ ਆਤਮਕ ਹੋਣਾ ਚਾਹੀਦਾ। ਕਿਉਂਕਿ ਜਿਹੜੇ ਖੁਦਾ ਦਾ ਡਰ ਮੰਨਦੇ ਨੇ ਉਹ ਪਰਮੇਸ਼ਰ ਦੇ ਭੇਤ ਨੂੰ ਪ੍ਰਾਪਤ ਕਰਦੇ ਨੇ ਤੇ ਸਾਰੀਆਂ ਵਸਤਾਂ ਮਿਲ ਕੇ ਉਹਨਾਂ ਦਾ ਭਲਾ ਕਰਦੇ। ਉਹ ਸੈਤ ਨੂੰ ਪੜਾਂਗੇ, ਉਸ ਤੋਂ ਬਾਅਦ ਸਮਾਪਤ ਕਰਾਂਗੇ। ਰੋਮੀਆਂ ਦੀ ਪੱਤਰੀ 8 ਅਧਿਆਏ ਉਹਦੀ ਅਸੀਂ ਫੇਰ ਉਸ 28 ਆਇਤ ਨੂੰ ਪੜਾਂਗੇ। ਅਸੀਂ ਜਾਣਦੇ ਹਾਂ ਵੀ ਜਿਹੜੇ ਪਰਮੇਸ਼ਰ ਨਾਲ ਪ੍ਰੇਮ ਰੱਖਦੇ ਹਨ, ਸਾਰੀਆਂ ਵਸਤਾਂ ਰਲ ਕੇ ਉਹਨਾਂ ਦਾ ਭਲਾ ਕਰਦੀਆਂ ਹਨ। ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ਰ ਦੀ ਮਾਨਸ਼ਾ ਦੇ ਅਨੁਸਾਰ ਸੱਦੇ ਹੋਏ ਹਨ। ਜਿਹੜੇ ਪਰਮੇਸ਼ਰ ਦੀ ਮਨਸਾ ਦੇ ਅਨੁਸਾਰ ਸੱਦੇ ਹੋਏ ਨੇ, ਚੁਣਿਆ ਹੋਇਆਂ ਦੇ ਨੇ। ਸਾਰੀਆਂ ਸਥਿਤੀਆਂ, ਸਾਰੇ ਹਾਲਾਤ ਕੀ ਕਰਦੇ ਨੇ? ਭਲਾ ਕਰਦੇ ਨੇ। ਹੁਣ ਇਹ ਗੱਲ ਕਲੀਅਰ ਹੈ ਕਿ ਸਥਿਤੀ ਕਿਸੇ ਤਰ੍ਹਾਂ ਦੀ ਵੀ ਹੋਵੇ, ਤੁਹਾਡੇ ਲਈ ਲਾਭਵੰਦ ਹੈ, ਤੁਹਾਡੇ ਲਈ ਭਲਾ ਆ। ਪਰ ਜੇਕਰ ਤੁਸੀਂ ਆਤਮਿਕ ਦ੍ਰਿਸ਼ਟੀ ਨਾਲ ਦੇਖੋ, ਕਿਉਂਕਿ ਜੋ ਕੁਛ ਵੀ ਪਰਮੇਸ਼ਰ ਨੇ ਇਸ ਪ੍ਰਕਿਰਤੀ 'ਚ ਵੀ ਬਣਾਇਆ, ਸਭ ਕੁਛ ਚੰਗਾ ਬਣਾਇਆ, ਕੁਛ ਵੀ ਮਾੜਾ ਨਹੀਂ ਬਣਾਇਆ। ਉਤਪਤ ਪਹਿਲੇ ਅਧਿਆਏ 'ਚ ਲਿਖਿਆ, ਪਹਿਲਾ ਦਿਨ ਖੁਦਾ ਨੇ ਕਿਹਾ ਚੰਗਾ, ਦੂਜਾ ਦਿਨ ਚੰਗਾ, ਤੀਜਾ ਦਿਨ ਚੰਗਾ, ਚੌਥਾ ਦਿਨ ਚੰਗਾ, ਪੰਜਵਾਂ ਦਿਨ ਚੰਗਾ, ਛੇਵਾਂ ਦਿਨ ਚੰਗਾ, ਸੱਤਵਾਂ ਦਿਨ ਚੰਗਾ। ਸਾਰੇ ਪਰਮੇਸ਼ਰ ਨੇ ਕਿਹਾ ਚੰਗਾ, ਕੁਛ ਵੀ ਮਾੜਾ ਨਹੀਂ। ਪਰ ਜੇ ਅਸੀਂ ਆਤਮਕ ਹਾਂ ਤਾਂ ਸਾਡੇ ਲਈ ਚੰਗਾ ਹੀ ਹੈ। ਪਰ ਜੇ ਅਸੀਂ ਸਰੀਰਕ ਸੋਚ ਲੈ ਕੇ ਤੁਰ ਪਏ, ਅੱਜ ਤਾਂ ਮੰਗਲਵਾਰ ਆ ਗਿਆ, ਮੰਗਲਵਾਰ ਲੋਹਾ ਨਹੀਂ ਖਰੀਦਣਾ, ਤਾਂ ਜੇ ਮੰਗਲਵਾਰ ਪੈਦਾ ਹੋ ਗਏ ਫਿਰ ਕੀ ਕਰੂੰਗੇ? ਹਾਂਜੀ, ਜਿਹੜੇ ਮੰਗਲਵਾਰ ਪੈਦਾ ਹੋ ਗਏ ਉਹਨਾਂ ਦਾ ਕੀ ਕਰੂੰਗੇ? ਜਿਹੜੇ ਮੰਗਲਵਾਰ ਇਸ ਜ਼ਮੀਨ ਤੇ ਆ ਗਏ ਉਹਨਾਂ ਦਾ ਕੀ ਕਰੂੰਗੇ? ਤਾਂ ਜਿਨ੍ਹਾਂ ਨੇ ਮੰਗਲਵਾਰ ਗਾਂਹ ਜਾਣਾ ਉਹਨਾਂ ਦਾ ਕੀ ਕਰੋਗੇ? ਉਹ ਵੀ ਕਹਿ ਦਿਓ ਜਾਓ ਪਿੱਛੇ, ਹਜੇ ਬੁੱਧਵਾਰ ਨੂੰ ਆਇਓ। ਅੱਜ ਵੀਰਵਾਰ ਹੈ, ਅੱਜ ਸ਼ਨੀਵਾਰ ਹੈ। ਜੇ ਆਤਮਕ ਹੋ ਤੇ ਤੁਹਾਡੇ ਲਈ ਹਰ ਇੱਕ ਸਮਾਂ ਉੱਤਮ ਹੈ, ਸ੍ਰੇਸ਼ਟ ਹੈ, ਚੰਗਾ ਹੈ ਔਰ ਬਰਕਤ ਨਾਲ ਭਰਪੂਰ ਹੈ। ਕੁਛ ਵੀ ਮਾੜਾ, ਮੈਂ ਜਿੰਨੀਆਂ ਗੱਡੀਆਂ ਲਈਆਂ ਮੰਗਲਵਾਰ ਹੀ ਲਈਆਂ। ਇਹਨਾਂ ਚੀਜ਼ਾਂ 'ਚ ਅਸੀਂ ਉੱਪਰ ਉੱਠਣਾ ਹੈ ਕਿ ਕੁਦਰਤ ਨੇ ਸਾਡੇ ਲਈ ਜੋ ਕੁਛ ਵੀ ਬਣਾਇਆ ਸਭ ਕੁਝ ਚੰਗਾ ਹੈ, ਔਰ ਜਿਹੜੀਆਂ ਸਥਿਤੀਆਂ ਹਾਲਾਤ ਆਉਂਦੇ ਆ ਉਹ ਸਾਡੇ ਲਈ ਬਰਕਤ ਲੈ ਕੇ ਆਉਂਦੇ। ਪਰ ਸਾਡੇ ਲਈ ਜ਼ਰੂਰੀ ਆ ਕਿ ਅਸੀਂ ਬਣੇ ਰਹੀਏ।
ਪ੍ਰਭੂ ਯਿਸੂ ਮਸੀਹ ਜੇ ਨਾ ਮਰਦਾ ਤਾਂ ਜੀਂਦਾ ਹੁੰਦਾ, ਜੇ ਮਰਿਆ ਤਾਂ ਤਦੇ ਹੀ ਜੀਂਦਾ ਹੋਇਆ, ਤੇ ਜੇ ਮਰਦਾ ਹੀ ਨਾ ਤੇ ਫਿਰ ਗਵਾਹੀ ਹੋਣੀ ਸੀ। ਲਿਖਿਆ ਰਸੂਲ ਵੱਡੀ ਸ਼ਕਤੀ ਨਾਲ ਯਿਸੂ ਮਸੀਹ ਦੇ ਜੀ ਉੱਠਣ ਦੀ ਗਵਾਹੀ ਦਿੰਦੇ। ਤੇ ਜੀ ਉੱਠਣਾ ਹੋਇਆ ਕਦੋਂ? ਜੇ ਮਰਿਆ ਤਾਂ ਜੀ ਉੱਠਣਾ ਹੋਇਆ, ਤੇ ਜੇ ਮਰਦਾ ਹੀ ਨਾ। ਪਤਰਸ ਕੋ ਵੀ ਜਦੋਂ ਪਵਿੱਤਰ ਆਤਮਾ ਆਇਆ ਉਦੋਂ ਉਹਦੇ ਕੋਲ ਪੂਰਾ ਗਿਆਨ ਆਇਆ। ਕਈ ਘੱਟ ਗਿਆਨ ਵਾਲੇ ਪਤਰਸ ਦੀਆਂ ਗੱਲਾਂ ਤੇ ਵਿਵਾਦ ਕਰਦੇ ਰਹਿੰਦੇ ਨੇ। ਜਦੋਂ ਪ੍ਰਭੂ ਨੇ ਆਪਣੀ ਮੌਤ ਦੀ ਗੱਲ ਕੀਤੀ, ਮੱਤੀ ਦੀ ਅੰਜੀਲ 'ਚ ਲਿਖਿਆ, ਬਾਂਹ ਫੜ ਕੇ ਇੱਕ ਪਾਸੇ ਕਰਕੇ ਝਿੜਕਣ ਲੱਗ ਪਿਆ, ਕਹਿੰਦਾ ਗੁਰੂ ਜੀ ਤੁਸੀਂ ਕਦੀ ਵੀ ਨਾ ਮਰੋ। ਉਹਨੂੰ ਨਹੀਂ ਪਤਾ ਸੀ ਵੀ ਗੁਰੂ ਮਰੂਗਾ, ਜਿਉਂਦਾ ਹੋਊਗਾ ਤਾਂ ਤੇਰੀ ਮੌਤ ਦਾ ਖੌਫ ਜ਼ਿੰਦਗੀਆਂ 'ਚੋਂ ਖਤਮ ਹੋਵੇ। ਤਾਂ ਪ੍ਰਭੂ ਨੇ ਕਿਹਾ, ਪਤਰਸ ਤੂੰ ਪਰਮੇਸ਼ਰ ਦੀਆਂ ਨਹੀਂ, ਤੂੰ ਮਨੁੱਖਾਂ ਦੀਆਂ ਗੱਲਾਂ ਵੱਲ ਜ਼ਿਆਦਾ ਖਿਆਲ, ਤਾਂ ਤੈਨੂੰ ਮੌਤ ਤੋਂ ਡਰ ਲੱਗਦਾ। ਤੇ ਜਦੋਂ ਨੇ ਮੌਤ ਦਾ ਭੇਦ ਪਾ ਲਿਆ ਨਾ, ਪਤਾ ਲੱਗ ਗਿਆ ਕਿ ਗੁਰੂ ਆਇਆ ਹੀ ਇਸੇ ਲਈ ਸੀ। ਉਹ ਆਇਆ ਜੀਵਨ ਦੀ ਕੁਰਬਾਨੀ ਦੇਣ ਲਈ ਸੀ। ਤੇ ਜਦੋਂ ਪ੍ਰਚਾਰ ਕਰਦੇ ਕਰਦੇ ਉਹਨੂੰ ਫੜ ਲਿਆ ਗਿਆ, ਪਤਰਸ ਨੂੰ ਪੁੱਛਿਆ ਤੇਰੀ ਕੋਈ ਇੱਛਾ? ਕਹਿੰਦਾ ਮੇਰੇ ਗੁਰੂ ਨੂੰ ਸਲੀਬ ਤੇ ਸਿੱਧਾ ਲਟਕਾਇਆ, ਮੈਨੂੰ ਸਲੀਬ ਤੇ ਉਲਟਾ ਕਰਕੇ ਲਟਕਾਓ ਤਾਂ ਕਿ ਮੇਰਾ ਸਿਰ ਗੁਰੂ ਦੇ ਹਮੇਸ਼ਾ ਚਰਨਾਂ ਦੇ ਵਿੱਚ ਰਵੇ। ਜਦੋਂ ਜ਼ਿੰਦਗੀ ਦਾ ਭੇਦ ਪਾ ਲਿਆ, ਫਿਰ ਕਹਿੰਦਾ ਸਲੀਬ ਤੇ ਉਲਟਾ ਲਟਕਾਓ। ਪਤਰਸ ਹੈ ਜਿਹਨੂੰ ਸਲੀਬ ਤੇ ਉਲਟਾ ਕਰਕੇ ਲਟਕਾਇਆ ਗਿਆ। ਤੇ ਕਿਸੇ ਸਮੇਂ ਜਦੋਂ ਗੁਰੂ ਨੇ ਆਪਣੀ ਮੌਤ ਦੀ ਗੱਲ ਕੀਤੀ ਤਾਂ ਉਦੋਂ ਗੁਰੂ ਨੂੰ ਵੀ ਕਹਿੰਦਾ ਸੀ, ਕਹਿੰਦਾ ਤੁਸੀਂ ਕਦੀ ਵੀ ਨਾ ਮਰੋ। ਤੇ ਜਦੋਂ ਮੌਤ ਦਾ ਭੇਦ ਪਾ ਲਿਆ ਨਾ ਕਿ ਮੌਤ ਤੋਂ ਬਾਅਦ ਜ਼ਿੰਦਗੀ ਕੀ ਹੈ, ਤਾਂ ਫਿਰ ਖੁਦ ਕਹਿੰਦਾ ਮੈਨੂੰ ਸਲੀਬ ਤੇ ਉਲਟਾ ਕਰਕੇ ਲਟਕਾਓ ਤਾਂ ਕਿ ਮੇਰਾ ਸਿਰ ਹਮੇਸ਼ਾ ਗੁਰੂ ਦੇ ਚਰਨਾਂ ਵਿੱਚ। ਇਸ ਲਈ ਮੇਰੇ ਭਾਈ ਭੈਣੋ, ਜੀਵਨ ਦੇ ਰਹੱਸ ਨੂੰ, ਜੀਵਨ ਦੇ ਭੇਤ ਨੂੰ ਸਾਡੇ ਲਈ ਜਾਣਨਾ ਬੜਾ ਜ਼ਰੂਰੀ ਹੈ। ਆਪਣੀ ਨਿਸ਼ਚਾ ਨੂੰ ਦ੍ਰਿੜ ਕਰੋ, ਪੱਕਿਆਂ ਕਰੋ ਤਾਂ ਕਿ ਮੀਂਹ, ਹਨੇਰੀਆਂ, ਝੱਖੜ, ਤੂਫਾਨ, ਸਥਿਤੀਆਂ ਆਉਣ 'ਤੇ ਵੀ ਅਸੀਂ ਖੁਦਾ ਦੀਆਂ ਰਹਿਮਤਾਂ ਦੇ ਹੱਕਦਾਰ ਬਣੀਏ, ਹਜ਼ਾਰਾਂ ਲੱਖਾਂ ਤੇ ਕਰੋੜਾਂ ਲਈ ਬਰਕਤ ਦਾ ਕਾਰਨ ਬਣੀਏ। ਸਾਰੀਆਂ ਵਸਤਾਂ ਮਿਲ ਕੇ ਬਲੀਵਰ ਤੇ ਵਿਸ਼ਵਾਸੀਆਂ ਦਾ ਹਮੇਸ਼ਾ ਭਲਾ ਕਰਦੀਆਂ, ਜਿਹੜੇ ਸੱਦੇ ਗਏ ਤੇ ਚੁਣੇ ਗਏ ਨੇ। ਤੇ ਆਪਣੇ ਸੱਦੇ ਤੇ ਚੁਣੇ ਜਾਣ ਨੂੰ ਪੱਕਿਆਂ ਕਰਨ ਦਾ ਹੋਰ ਵੀ ਵੱਡਾ ਯਤਨ ਕਰੋ ਕਿ ਅਸੀਂ ਉਸ ਕਿਰਪਾ ਨੂੰ ਪਾਈਏ ਜਿਹਦੇ ਲਈ ਪਰਮੇਸ਼ਰ ਨੇ ਸਾਨੂੰ ਵੀ ਹੱਥ ਪਾਇਆ ਆ। ਹਮੇਸ਼ਾ ਦੀ ਜ਼ਿੰਦਗੀ ਦੇ ਵਾਰਸ ਬਣ ਸਕੀਏ। ਆਓ ਘੁਟਨੇ ਟੇਕੀਏ, ਆਪਣੇ ਆਪ ਨੂੰ ਖੁਦਾ ਦੇ ਹੱਥ ਦੇਈਏ, ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥ ਦੇਈਏ। जीजस महान प्रभु तेरी आशीष, तेरी आशीष यहोवा, तेरी आशीष, तेरी आशीष, तेरी आशीष। अगला समा आशीष वाला हो जाए। सारे बच्चों की आशीष, सारे बच्चों की आशीष। तेरे बच्चे पूर्ण ज्ञान बन जाए, पूर्ण ज्ञान बन जाए। जिवें असीं बच्चों च सुनिया, सारियां वस्तां रल के भला करदियां आ। दाऊद तेरा प्रेमी कहंदा, मेरे लिए भला होया कि मैं दुखी होया, तां जो तेरियां विधियां नूं जाना। सचमुच पिता धन्नवाद, धन्नवाद तुहाडा। ये वचन हिरदियां च लिखिया जाए, ये वचन हिरदियां च लिखिया जाए, ये वचन हिरदियां च लिखिया जाए, ये वचन हिरदियां च लिख दिता जाए, ये वचन हिरदियां च लिख दिता जाए। खुद आत्मा वचन के अनुसार चलाए। तेरे बच्चे हर हालात दे विच तकदे रहन, तेनू पाउंदे रहन, तेरी मर्जी नूं पूरा करदे रहन।